ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਜੀ ਭਾਸਕਰ ਜੀ ਔਰ ਇੰਦਰਪ੍ਰੀਤ ਜੀ, ਦੋਨਾਂ ਨੂੰ ਜੀ ਆਏ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜਦੋਂ ਤੱਕ ਇਹ ਪ੍ਰੋਗਰਾਮ ਤੁਹਾਡੇ ਹੱਥ 'ਚ ਪਹੁੰਚੇਗਾ ਉਦੋਂ ਤੱਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੋਵੇਗੀ। ਸਭ ਤੋਂ ਪਹਿਲਾਂ ਪ੍ਰਸ਼ਨ ਕਾਲ ਹੋਵੇਗਾ ਔਰ ਉਸ ਤੋਂ ਬਾਅਦ ਗਵਰਨਰ ਐਡਰੈਸ ਤੇ ਬਹਿਸ ਹੋਵੇਗੀ। ਲੇਕਿਨ ਇਹਦੇ ਦਰਮਿਆਨ ਦੇ ਵਿੱਚ ਇੱਕ ਸਿਫਰ ਕਾਲ ਹੁੰਦਾ, ਉਹਦੇ ਉੱਤੇ ਕਾਫੀ ਖੌਰੂ ਪੈਣ ਦੀ ਗੁੰਜਾਇਸ਼ ਹੈ। ਅੱਜ ਸ਼ਾਇਦ ਜਲੰਧਰ ਤੋਂ ਛਪਦੇ ਉਸ ਵੱਡੇ ਅਖਬਾਰ ਦੇ ਮੁੱਖ ਸੰਪਾਦਕ ਦੀ ਚਿੱਠੀ ਵਿਰੋਧੀ ਧਿਰਾਂ ਇਕੱਠੇ ਹੋ ਕੇ ਇਸ ਮਾਮਲੇ ਨੂੰ ਜ਼ਰੂਰ ਲੈਣਗੇ ਔਰ ਇਹਦੇ ਨਾਲ ਗਵਰਨਰ ਦੀਆਂ ਜਿਹੜੀਆਂ ਚਿੱਠੀਆਂ ਨੇ ਉਹਨਾਂ ਦੇ ਜਵਾਬ ਤੇ ਅਮਨ ਕਾਨੂੰਨ ਦੀ ਸਥਿਤੀ, ਜੇਲ੍ਹਾਂ ਵਾਲੀ ਔਰ ਖਾਸ ਤੌਰ ਤੇ ਅਜਨਾਲੇ ਵਾਲੀਆਂ ਘਟਨਾ, ਇਹਨਾਂ ਸਾਰੀਆਂ ਦੇ ਡਰੱਗਸ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਤੇ ਬਾਕੀ ਲੀਡਰਾਂ ਨੇ ਇੱਕ ਨੀਤੀ ਬਣਾਈ ਹੋਊਗੀ, ਇਹ ਆਮ ਮੰਨਿਆ ਜਾ ਰਿਹਾ ਔਰ ਇੱਥੇ ਰੌਲਾ ਪੈਣ ਦੀ ਕਾਫੀ ਗੁੰਜਾਇਸ਼ ਆ। ਇਹ ਵੀ ਸਵਾਲ ਉੱਠ ਰਿਹਾ ਕਿ ਇਸ ਵਾਰੀ ਵਿਰੋਧੀ ਧਿਰਾਂ ਵਾਕਆਊਟ ਕਰਨ ਦੀ ਬਜਾਏ ਸਦਨ ਦੇ ਵਿੱਚ ਰਹਿ ਕੇ ਵਿਰੋਧ ਪ੍ਰਦਰਸ਼ਨ ਕਰਨਗੀਆਂ, ਵਿਰੋਧੀ ਰੂਪ ਅਖਤਿਆਰ ਕਰਨਗੀਆਂ ਔਰ ਘੇਰਨਗੀਆਂ। 92 ਲੋਕ ਸਰਕਾਰ ਦੇ ਬੈਂਚਾਂ ਤੇ ਬੈਠੇ 92 ਲੋਕ ਕਿਵੇਂ ਰਿਐਕਟ ਕਰਦੇ ਆ, ਕਿਵੇਂ ਇਹਨੂੰ ਡਿਫੈਂਡ ਕਰਦੇ ਆ, ਉਹਨਾਂ ਦਾ ਨਜ਼ਰੀਆ ਕੀ ਹੋਊਗਾ, ਕਿਸ ਤਰ੍ਹਾਂ ਦੀਆਂ ਬਹਿਸਾਂ ਹੋਣਗੀਆਂ, ਇਹ ਹੁਣ ਥੋੜੀ ਦੇਰ ਬਾਅਦ ਇਹਦੇ ਉੱਤੇ ਗੱਲ ਤੁਰਨੀ ਸ਼ੁਰੂ ਹੋ ਜਾਊਗੀ। ਲੇਕਿਨ ਕੱਲ ਦੀ ਜੇਲ੍ਹ ਚੋਂ ਪੇਸ਼ ਹੋਈ ਵੀਡੀਓ, ਵਾਇਰਲ ਵੀਡੀਓ, ਜਿਹਦੇ ਵਿੱਚ ਗੈਂਗਸਟਰ ਆਪਣੀ ਨੰਗੇ ਚਿੱਟੇ ਰੂਪ ਦੇ ਵਿੱਚ ਪ੍ਰਦਰਸ਼ਨ ਕਰ ਰਿਹਾ, ਉਹਨੇ ਕਾਫੀ ਖੌਫ ਪੈਦਾ ਕੀਤਾ। ਭਾਵੇਂ ਸਰਕਾਰ ਨੇ ਤੱਟਫਟ ਰਿਐਕਸ਼ਨ ਕੀਤਾ ਹੈ, ਕੁਝ ਲੋਕ ਸਸਪੈਂਡ ਕੀਤੇ ਆ, ਕੁਝ ਨੂੰ ਅਰੈਸਟ ਕੀਤਾ ਹੈ, ਪਰ ਫਿਰ ਵੀ ਇਹ ਸਥਿਤੀ ਬਣ ਕਿਵੇਂ ਜਾਂਦੀ ਹੈ, ਇਹਦੇ ਉੱਤੇ ਬਹਿਸ ਚੱਲਣੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਨੂੰ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਸਮਰਥਨ ਮਿਲਦਾ ਦਿਸ ਰਿਹਾ। ਮਨੀਸ਼ ਸਿਸੋਦੀਆ ਦੇ ਮਾਮਲੇ 'ਚ 9 ਪਾਰਟੀਆਂ 8 ਪਾਰਟੀਆਂ ਇਕੱਠੀਆਂ ਹੋਈਆਂ ਨੇ, ਜਿਨ੍ਹਾਂ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ। ਲੇਕਿਨ ਬੀਜੇਪੀ ਕਹਿ ਰਹੀ ਹੈ ਕਿ ਮੁੱਦਾ ਦੇਖੋ ਜਿਹਦੇ ਤੇ ਇਹ ਖੜੇ ਨੇ, ਜੇ ਇਹਨਾਂ ਦੀ ਏਕਤਾ ਦੇਖੋ, ਇਹਨਾਂ ਦਾ ਏਜੰਡਾ ਦੇਖੋ, ਇਹ ਵੀ ਅਹਿਮ ਮਾਮਲਾ। ਇਹਦੇ ਤੋਂ ਕਾਂਗਰਸ ਦੂਰੀ ਬਣਾ ਕੇ ਬੈਠੀ ਹੋਈ ਹੈ। ਇਹ ਸਵਾਲ ਅਗਲੇ ਦਿਨਾਂ ਦੇ ਵਿੱਚ ਕਾਫੀ ਵੱਡੇ ਹੋਣ ਵਾਲੇ ਆ ਕਿ 24 ਤੋਂ ਪਹਿਲਾਂ ਤੁਸੀਂ ਕਿਸ ਧਿਰ ਨਾਲ ਜਾਣਾ ਚਾਹੋਗੇ। ਇਹ ਕਾਫੀ ਰੌਲੇ ਨੇ। ਉਂਝ ਕੇਂਦਰੀ ਗ੍ਰਾਂਟਾਂ ਦੇ ਵਿੱਚ ਕਾਫੀ ਘਮਸਾਨ ਮਚਿਆ ਰਹਿੰਦਾ ਹੈ, ਫੋਟੋ ਕਿਹਦੀ ਹੋਵੇ ਕਿਹਦੀ ਨਾ ਹੋਵੇ। ਕੱਲ ਮਨਸੁਖ ਮਾਂਡਵੀਆ ਕੇਂਦਰੀ ਮੰਤਰੀ ਇੱਥੇ ਸੀਗੇ, ਉਹ ਕਹਿੰਦੇ ਆਮ ਆਦਮੀ ਕਲੀਨਿਕ ਸਾਡੀ ਕੀਮਤ ਤੇ ਨਹੀਂ ਹੋਣੇ ਚਾਹੀਦੇ। ਹੁਣ ਇਹ ਕੀਮਤ ਕਿਹਦੀ ਆ? ਇਹ ਪੈਸੇ ਲੋਕਾਂ ਦੇ ਆ ਕਿ ਸਰਕਾਰਾਂ ਦੇ ਆ? ਫੋਟੋ ਸਾਰੇ ਹੀ ਸਹਿਮਤੀ ਬਣਾ ਲਓ, ਕਿਸੇ ਦੀ ਨਾ ਲੱਗੇ। 3 ਬੀਬੀਆਂ ਕਾਂਗਰਸ ਦੇ ਵਿੱਚ ਸਰਗਰਮ ਨੇ। ਇਹ ਖਬਰ ਵੀ ਕਾਫੀ ਪੁਖਤਗੀ ਨਾਲ ਪ੍ਰਕਾਸ਼ਿਤ ਹੋ ਰਹੀ ਆ ਕਿ ਬਠਿੰਡੇ ਦੇ ਵਿੱਚ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਉਹ ਇਲੈਕਸ਼ਨ ਲੜਨਗੇ ਜਾਂ ਲੜ ਸਕਦੇ ਨੇ ਜਾਂ ਉੱਥੇ ਸਰਗਰਮ ਨੇ। ਦੂਜੇ ਨਵਜੋਤ ਸਿੰਘ ਸਿੱਧੂ ਦੀ ਧਰਮ ਸੁਪਤਨੀ ਪਟਿਆਲੇ ਦੇ ਵਿੱਚ ਇੱਛਾ ਜ਼ਾਹਰ ਕਰ ਚੁੱਕੇ ਆ ਜੇ ਹਾਈ ਕਮਾਂਡ ਚਾਹਵੇ ਮੈਂ ਲੜੂੰਗੀ। ਤੇ ਇਹਦੇ ਨਾਲ ਹੀ ਫੌਤ ਹੋ ਗਏ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਧਰਮ ਸੁਪਤਨੀ, ਉਹਨਾਂ ਨੇ ਵੀ ਜਲੰਧਰ 'ਚ ਸਰਗਰਮੀਆਂ ਵਿੱਢੀਆਂ। ਫਿਰ ਤਾਂ ਪ੍ਰਤਾਪ ਸਿੰਘ ਬਾਜਵਾ ਦੀ ਧਰਮ ਸੁਪਤਨੀ ਨੂੰ ਗੁਰਦਾਸਪੁਰ ਤਾਂ ਮਿਲਣਾ ਹੀ ਚਾਹੀਦਾ। ਤੇ ਜੇ ਸੰਗਰੂਰ ਦੇ ਵਿੱਚ ਇਸੇ ਤਰੀਕੇ ਨਾਲ ਦਲਵੀਰ ਗੋਲਡੀ ਦੀ ਘਰ ਵਾਲੀ ਅੱਗੇ ਆ ਜੇ ਤਾਂ ਕੋਈ ਵੱਡੀ ਗੱਲ ਨਹੀਂ। ਨਾਲੇ ਕਾਂਗਰਸ ਦੀ 50% ਵਾਲੀ ਇੱਕ ਅੰਕੜਾ ਉਹ ਸਾਧ ਲਿਆ ਜਾਊਗਾ। ਇਹ ਸਾਰੀਆਂ ਗੱਲਾਂ ਨੂੰ ਅੱਗੇ ਵਧਾਉਂਦੇ ਆ। ਇੰਦਰਪ੍ਰੀਤ ਜੀ, ਜਿਹੜਾ ਮਾਮਲਾ ਅੱਜ ਵਿਧਾਨ ਸਭਾ ਦੇ ਵਿੱਚ ਉੱਠਣ ਵਾਲਾ, ਤੁਸੀਂ ਥੋੜੀ ਦੇਰ ਬਾਅਦ ਉੱਥੇ ਐਂਟਰ ਕਰੋਗੇ, ਮਾਹੌਲ ਕੀ ਦੇਖੋਗੇ? ਕਿਉਂਕਿ ਬਹਿਸ ਸ਼ਾਇਦ 11 ਵਜੇ ਸ਼ੁਰੂ ਹੋਵੇ ਗਵਰਨਰ ਐਡਰੈਸ ਤੇ, ਉਸ ਤੋਂ ਪਹਿਲਾਂ ਪੈਣ ਵਾਲੇ ਰੌਲਿਆਂ 'ਚ ਸਭ ਤੋਂ ਅਹਿਮ ਰੌਲਾ ਕਿਹੜਾ? ਕਿ ਉਹ ਪ੍ਰੈਸ ਨੂੰ ਲੈ ਕੇ ਆ, ਜਲੰਧਰੋਂ ਛਪਦੀ ਅਖਬਾਰ ਦੇ ਸੰਪਾਦਕ ਦੀ ਲਿਖੀ ਗਵਰਨਰ ਨੂੰ ਚਿੱਠੀ ਤੇ ਆ, ਵਿਧਾਨ ਸਭਾ 'ਚ ਪੱਤਰਕਾਰਾਂ ਨੂੰ ਰੋਕੇ ਜਾਣ, 94 ਪੱਤਰਕਾਰਾਂ ਨੂੰ ਰੋਕੇ ਜਾਣ ਦਾ ਰੌਲਾ, ਜਾਂ ਫਿਰ ਡਰੱਗਸ ਤੋਂ ਲੈ ਕੇ ਗਵਰਨਰ ਦੀਆਂ ਚਿੱਠੀਆਂ, ਕਿਹੜੇ ਅਹਿਮ ਮੁੱਦੇ ਐਡਰੈਸ ਹੋਣਗੇ? ਕਿੱਥੇ ਰੌਲਾ ਪੈਣ ਵਾਲਾ? ਰੰਧਾਵਾ ਸਾਹਿਬ, ਇਹ ਜਿਹੜਾ ਅੱਜ ਗਵਰਨਰ ਐਡਰੈਸ ਤੇ ਬਹਿਸ ਹੋਣੀ ਹੈ, ਉਸ ਤੋਂ ਮੈਨੂੰ ਲੱਗਦਾ ਕਿ ਜਿਹੜਾ ਇਸ਼ੂ ਤੁਸੀਂ ਉਠਾ ਰਹੇ ਹੋ ਮੀਡੀਆ ਦੀ ਆਜ਼ਾਦੀ ਦਾ ਜਾਂ ਮੀਡੀਆ ਨੂੰ ਰੋਕੇ ਜਾਣ ਦਾ ਕਵਰੇਜ ਤੋਂ, ਇਹ ਵਾਲਾ ਤਾਂ ਮੈਨੂੰ ਲੱਗਦਾ ਐਡਰੈਸ ਤੇ ਭਾਵੇਂ ਸ਼ਾਇਦ ਨਾ ਹੋਵੇ ਬਹਿਸ ਤੇ, ਲੇਕਿਨ ਇਹ 0 ਓਵਰ 'ਚ ਜ਼ਰੂਰ ਉਠਾਇਆ ਜਾਏਗਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਾਂ ਹੋਰ ਜਿੰਨੇ ਵੀ ਆਪੋਜੀਸ਼ਨ ਲੀਡਰਸ ਨੇ ਜਾਂ ਦੂਜੇ ਲੀਡਰਸ ਨੇ, ਇਹ ਜ਼ਰੂਰ ਉਠਾਣਗੇ। ਦੇਖੋ 10 ਤੋਂ 11 ਤਾਂ ਜਿਹੜਾ ਹੈਗਾ ਪੱਕਾ ਹੀ ਨਿਸ਼ਚਿਤ ਸਮਾਂ ਹੈਗਾ ਉਹ ਪ੍ਰਸ਼ਨ ਕਾਲ ਦਾ ਹੈ। ਉੱਥੇ ਤਾਂ ਸਵਾਲ ਜਵਾਬ ਹੀ ਹੋਣੇ ਨੇ, ਉਹ ਚੇਂਜ ਨਹੀਂ ਹੋ ਸਕਦਾ, ਨਾ ਹੀ ਅੱਗੇ ਪਿੱਛੇ ਕੀਤਾ ਜਾ ਸਕਦਾ, ਉਹ ਫਿਕਸ ਟਾਈਮ ਹੈ। ਔਰ ਜਿਹੜਾ 11 ਤੋਂ ਵੈਸੇ ਬਿਜ਼ਨਸ ਸ਼ੁਰੂ ਹੁੰਦਾ ਹੈ ਵਿਧਾਨ ਸਭਾ ਦਾ, ਲੇਕਿਨ ਇੱਕ ਵਿੱਚ ਪਰੰਪਰਾ ਦੇ ਤੌਰ ਤੇ ਰੱਖਿਆ ਹੋਇਆ ਹੈ, ਉਹ ਹੈ ਸ਼ੂਨਯ ਕਾਲ, 0 ਓਵਰ ਜਿਹਨੂੰ ਅਸੀਂ ਬੋਲਦੇ ਹਾਂ, ਸਿਫਰ ਕਾਲ। ਉਹ ਜਿਹੜਾ ਹੈਗਾ ਉਹ ਪਰੰਪਰਾ ਹੈ, ਉਹ ਵਿੱਚ ਬਿਜ਼ਨਸ ਦਾ ਹਿੱਸਾ ਨਹੀਂ ਹੈ, ਲੇਕਿਨ ਉਹ ਪਰੰਪਰਾ ਹੈ ਜਿਹਦੇ ਵਿੱਚ ਇਮੀਡੀਏਟ ਇਸ਼ੂਜ਼ ਜਿਹੜੇ ਹੁੰਦੇ ਆ ਉਹ ਪਾਰਟੀਆਂ ਉਠਾਉਂਦੀਆਂ ਨੇ, ਵਿਧਾਇਕ ਉਠਾਉਂਦੇ ਨੇ, ਤੇ ਉਹ ਰਿਕਾਰਡ ਤੇ ਹੀ ਆਉਂਦਾ ਹੈ। ਔਰ ਅੱਜ ਕੱਲ ਵੈਸੇ ਇੱਕ ਇਹਨੂੰ ਅੱਛਾ ਸ਼ੁਰੂ ਕਰਤਾ ਹੈ, ਮਤਲਬ ਉਹ ਲੋਕ ਸਭਾ 'ਚ ਵੀ ਵਧੀਆ ਤਰੀਕੇ ਨਾਲ ਸ਼ੁਰੂ ਹੋ ਗਿਆ, ਔਰ ਹੁਣ ਵਿਧਾਨ ਸਭਾਵਾਂ 'ਚ ਵੀ ਇਹ ਚੰਗਾ ਹੋ ਗਿਆ ਕਿ ਸਾਰੇ ਹਰ ਰੋਜ਼, ਮਤਲਬ ਕਿ ਕੋਈ 10-15
ਮਿੰਟ ਜਿਹੜੇ ਨੇ ਉਹ ਫਿਕਸ ਕਰ ਦਿੰਦੇ ਆ ਕਿ 10-15 ਮਿੰਟ 'ਚ 5-7 ਜਿੰਨੇ ਵੀ ਬੰਦੇ ਆਪਣਾ ਇਸ ਇਸ਼ੂ ਤੇ ਉਠਾਉਣਾ ਕੋਈ ਚਾਹੁੰਦੇ ਆ ਉਹ ਆਪਣੀ ਪਰਚੀ ਭੇਜ ਦਿੰਦੇ ਆ ਜਾਂ ਹੱਥ ਖੜਾ ਕਰ ਦਿੰਦੇ ਆ ਤੇ ਸਪੀਕਰ ਉਹਨਾਂ ਨੂੰ ਅਲਾਉ ਕਰ ਦਿੰਦੇ ਆ। ਇਹ ਵੀ ਇਹਦੇ ਵਿੱਚ ਬੜੇ ਜਿਹੜੇ ਇਮੀਡੀਏਟ ਇਸ਼ੂਜ਼ ਨੇ ਜਿਹੜੇ ਮਤਲਬ ਕਿਸੇ ਬਿਜ਼ਨਸ ਦੇ ਉੱਤੇ ਨਹੀਂ ਆਉਂਦੇ ਉਹ ਆਉਂਦੇ ਆ। ਫਿਰ ਉਸ ਤੋਂ ਇਲਾਵਾ ਇਸ ਤੋਂ ਇਮੀਡੀਏਟ ਬਾਅਦ ਜਿਹੜਾ ਹੈਗਾ ਉਹ ਧਿਆਨ ਆਕਰਸ਼ਣ ਪ੍ਰਸਤਾਵ ਨੇ ਜਿਹਦੇ ਚ 2-3 ਇਸ਼ੂ ਪੱਕਾ ਆਉਣ ਦੇ ਜਾਂਦੇ ਨੇ। ਅੱਜ 3 ਲੱਗੇ ਹੋਏ ਨੇ ਤੇ ਉਸ ਤੋਂ ਬਾਅਦ ਰੈਗੂਲਰ ਬਿਜ਼ਨਸ ਸ਼ੁਰੂ ਹੋਊਗਾ ਜਿਹੜਾ ਜਿਹਨੂੰ ਮੈਂ ਕਹਿ ਰਿਹਾ ਕਿ ਗਵਰਨਰ ਅੱਜ ਜਿਵੇਂ ਹੈਗੀ ਆ ਉਹ ਗਵਰਨਰ ਐਡਰੈਸ ਤੇ ਬਹਿਸ ਹੈ ਤੇ ਬਹਿਸ ਮਤਲਬ ਹੁਣ ਕਿਉਂਕਿ ਇੱਕੋ ਹੀ ਦਿਨ ਰੱਖਿਆ ਹੋਇਆ ਹੈ। ਪਰਸੋਂ ਇਹਨਾਂ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੋਈ ਸੀ ਉਹਦੇ ਚ ਸਾਰਿਆਂ ਨੇ ਬਹੁਤ ਰੌਲਾ ਪਾਇਆ ਕਿ ਤੁਸੀਂ ਇਹ ਠੀਕ ਨਹੀਂ ਰੱਖਿਆ ਹੋਇਆ ਕਿਉਂਕਿ ਇੱਕੋ ਦਿਨ ਬਹਿਸ ਰੱਖੀ ਹੈ ਔਰ ਤੁਸੀਂ ਕਹੀ ਜਾ ਰਹੇ ਹੋ ਦਿਖਾ ਸਾਨੂੰ ਇਹ ਰਹੇ ਹੋ ਕਿ ਬਹੁਤ ਲੰਬਾ ਸੈਸ਼ਨ ਅਸੀਂ 24 ਤਰੀਕ ਤੱਕ ਕਰਤਾ ਉਸ ਚ 12 ਤਾਂ ਛੁੱਟੀਆਂ ਹੀ ਨੇ 8 ਦਿਨ ਐਕਚੁਅਲੀ ਤੁਹਾਡੀ ਸਿਟਿੰਗ ਹੋਣੀ ਹੈ ਪੂਰੇ ਬਜਟ ਸੈਸ਼ਨ ਦੀ। ਤਾਂ ਇਹ ਦੋਹਰੇ ਮਾਪਦੰਡ ਜਿਹੜੇ ਹੈਗੇ ਆ ਉਹ ਤੁਸੀਂ ਨਾ ਅਪਣਾਓ ਤੇ ਸਪੀਕਰ ਸਾਹਿਬ ਸ਼ਾਇਦ ਮੰਨ ਗਏ ਇਹਦੇ ਬਾਰੇ ਤਾਂ ਨਹੀਂ ਪਤਾ ਕਿ ਇਹ ਬਹਿਸ ਨੂੰ ਇੱਕ ਦਿਨ ਹੋਰ ਮਿਲੇਗਾ ਕਿ ਨਹੀਂ ਲੇਕਿਨ ਜਿਹੜਾ ਸਭ ਤੋਂ ਇੰਪੋਰਟੈਂਟ ਸੀ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀਗਾ ਕਿ ਬਜਟ ਪੇਸ਼ ਹੁੰਦੇ ਸਾਰੀ ਅਗਲੇ ਬਹਿਸ ਰੱਖਦੀ ਹੈ ਤਾਂ ਉਹ ਸਾਰਿਆਂ ਨੇ ਇਸ ਗੱਲ ਤੇ ਉਹ ਮੀਟਿੰਗ 'ਚ ਬਹੁਤ ਇਤਰਾਜ਼ ਕੀਤਾ ਕਿ ਅਸੀਂ ਕੋਈ ਟੈਕਨੀਕਲ ਬੰਦੇ ਥੋੜੀ ਆ ਕਿ ਸਾਨੂੰ ਪਤਾ ਲੱਗ ਜਾਏ ਕਿ 7-8 ਹਜ਼ਾਰ ਦਾ ਜਿਹੜਾ ਡਾਕੂਮੈਂਟ ਪੇਸ਼ ਕਰਦੇ ਹੋ ਤੁਸੀਂ ਬਜਟ ਦਾ ਉਹ ਅਸੀਂ ਤੁਰੰਤ ਪੜ੍ਹ ਕੇ ਉਸ ਤੇ ਦੱਸ ਦਈਏ ਵੀ ਕੀ ਇਹਦੇ 'ਚ ਖਾਮੀਆਂ ਨੇ ਜਾਂ ਕੀ ਚੰਗੀਆਂ ਚੀਜ਼ਾਂ ਹੈਗੀਆਂ ਨੇ। ਤਾਂ ਉਸ ਤੇ ਸ਼ਾਇਦ ਇਹ ਰਾਏ ਬਣ ਗਈ ਹੈ ਕਿ ਇਹਨੂੰ ਅੱਗੇ ਪਾਲਿਆ ਜਾਏਗਾ ਉਸ ਦਿਨ ਸੈਸ਼ਨ ਨਹੀਂ ਹੋਏਗਾ। ਤੇ ਅੱਜ ਜਿਹੜੇ ਹੁਣ ਆਪਾਂ ਆ ਰਹੇ ਹਾਂ ਮੇਨ ਇਸ਼ੂ ਤੇ ਕਿ ਜਿਹੜੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਸ਼ੂ ਉਠਾਣੇ ਨੇ ਐਕਚੁਅਲੀ ਉਹਨਾਂ ਨੇ ਇਸ ਚ ਸਭ ਤੋਂ ਇੰਪੋਰਟੈਂਟ ਗੱਲ ਇਹ ਹੈਗੀ ਹੈ ਕਿ ਉਹਨਾਂ ਨੇ ਜਿਹੜੇ ਓਪੋਜੀਸ਼ਨ ਦੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਦਾ ਵੀ ਸਹਿਯੋਗ ਮੰਗਿਆ ਕਿ ਜਦੋਂ ਹਾਲਾਂਕਿ ਉਹ ਬਹੁਤ ਇੱਕ 2 ਮੈਂਬਰਸ ਹੀ ਨੇ। ਦੇਖੋ ਬੀਜੇਪੀ ਕੋਲ 2 ਹੈ BSP ਕੋਲ ਇੱਕੋ ਹੀ ਹੈ ਇੱਕ ਆਜ਼ਾਦ ਹੈ ਤੇ 3 ਅਕਾਲੀ ਦਲ ਕੋਲੇ ਨੇ ਤਾਂ ਇਹਨਾਂ ਦੀ ਇੰਨੀ ਗਿਣਤੀ ਨਹੀਂ ਹੈ ਲੇਕਿਨ 18 ਇਹਨਾਂ ਦੇ ਹੈਗੇ ਆ ਇਹਨਾਂ ਚੋਂ ਸ਼ਾਇਦ 1-2 ਹੈ ਨਹੀਂ ਇੱਥੇ ਬਾਹਰ ਗਏ ਹੋਏ ਆ। ਤਾਂ ਜੇ ਇਹ ਨਜਿੱਠ ਕੇ ਬੈਠਣਗੇ ਤਾਂ ਹੀ ਹਮਲਾਵਰ ਹੋ ਸਕਦੇ ਆ ਕਿਉਂਕਿ ਇਹ ਸਾਰੇ ਦੇ ਸਾਰੇ ਜਿਹੜੇ ਓਪੋਜੀਸ਼ਨ ਪਾਰਟੀ 'ਚ ਜਿੰਨੇ ਬੰਦੇ ਨੇ ਉਹ ਸਾਰੇ ਬਹੁਤ ਐਕਸਪੀਰੀਅੰਸਡ ਬੰਦੇ ਨੇ ਮਤਲਬ ਜਿਨ੍ਹਾਂ ਕੋਲੇ ਕੋਈ 4 ਵਾਰ ਦਾ ਕੋਈ 5 ਵਾਰ ਦਾ ਮਤਲਬ ਐਕਸਪੀਰੀਅੰਸਡ ਬੰਦੇ ਨੇ ਜਦਕਿ ਦੂਜੇ ਪਾਸੇ ਬੇਸ਼ੱਕ ਗਿਣਤੀ 92 ਦੀ ਹੈ ਪਰ ਉਹ ਸਾਰੇ ਦੇ ਸਾਰੇ ਨਵੇਂ ਨੇ ਜ਼ਿਆਦਾ ਤੋਂ ਜ਼ਿਆਦਾ ਕੋਈ 2 ਵਾਰ ਦਾ MLA ਹੈਗਾ ਉਧਰ। ਸੋ ਇਸ਼ੂਜ਼ ਇਹ ਬਹੁਤ ਇੰਪੋਰਟੈਂਟ ਨੇ ਜਿਹੜੇ ਡਰੱਗਸ ਨਾਲ ਇਸ਼ੂ ਹੈਗਾ ਖਾਸ ਤੌਰ ਤੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਉਸ ਦਿਨ ਆਪਣੀ ਪ੍ਰੈਸ ਕਾਨਫਰੰਸ 'ਚ ਵੀ ਇਹ ਕਿਹਾ ਸੀਗਾ ਸੌਰੀ ਪ੍ਰੈਸ ਕਾਨਫਰੰਸ ਨਹੀਂ ਅੰਦਰ ਜਿਸ ਦਿਨ ਗਵਰਨਰ ਐਡਰੈਸ ਤੇ ਬਹਿਸ ਹੋ ਰਹੀ ਸੀ ਕਿ ਜੋ ਐਡਰੈਸ ਕਹਿ ਰਿਹਾ ਹੈ ਔਰ ਜੋ ਗਵਰਨਰ ਸਾਹਿਬ ਤੁਹਾਡੀਆਂ ਚਿੱਠੀਆਂ ਨੇ ਇਹਦੇ 'ਚ ਜ਼ਮੀਨ ਆਸਮਾਨ ਦਾ ਅੰਤਰ ਹੈ ਜਾਂ ਤਾਂ ਇਹ ਜਿਹੜਾ ਹੈਗਾ ਉਹ ਝੂਠ ਹੈ ਬਿਲਕੁਲ ਜੋ ਤੁਹਾਨੂੰ ਪੜ੍ਹਾਇਆ ਜਾ ਰਿਹਾ ਇਹਦੇ ਬਾਰੇ ਸਾਨੂੰ ਦੱਸੋ। ਤਾਂ ਉਹਨਾਂ ਨੇ ਕਿਹਾ ਸੀ ਵੀ ਤੁਹਾਡੇ ਕੋਲ ਬਹਿਸ ਦਾ ਟਾਈਮ ਹੈਗਾ ਤੁਸੀਂ ਬਹਿਸ ਕਰੋ ਇਹਦੇ ਵਿੱਚ ਗਵਰਨਰ ਐਡਰੈਸ ਨੂੰ ਘੱਟੋ ਘੱਟ ਬਾधित ਨਾ ਕਰੋ ਉਸ ਤੇ ਗੱਲ ਕਰ ਲਿਓ। ਸੋ ਅੱਜ ਮੈਨੂੰ ਲੱਗਦਾ ਕਿ ਸ਼ਾਇਦ ਜਿਹੜਾ ਪ੍ਰਤਾਪ ਬਾਜਵਾ ਹੈਗੇ ਨੇ ਉਹ ਪੂਰੀ ਤਿਆਰੀ ਨਾਲ ਸਰਕਾਰ ਤੇ ਹੀ 3-4 ਜਿਹੜੇ ਇਸ਼ੂਜ਼ ਨੇ ਗਵਰਨਰ ਦੀਆਂ ਚਿੱਠੀਆਂ ਲਾਅ ਐਂਡ ਆਰਡਰ ਡਰੱਗਸ ਇਹ ਸਾਰਿਆਂ ਤੇ ਬਹੁਤ ਹਮਲਾਵਰ ਰੁਖ ਅਪਣਾਉਣਗੇ। ਸ਼ੁਰੂ ਦੇ ਵਿੱਚ ਇਹ ਗੱਲ ਆ ਰਹੀ ਸੀਗੀ ਕੁਝ ਇੱਕ ਰਾਏ ਬਣੀ ਵਿਰੋਧੀ ਧਿਰ ਦੇ ਆਗੂਆਂ ਦੇ ਵਿੱਚੋਂ ਕਿ ਇੱਕ ਵਿਅਕਤੀ ਨੂੰ ਇੱਕ ਮੁੱਦਾ ਅਸਾਈਨ ਕੀਤਾ ਜਾਵੇ ਜਿਵੇਂ ਲਾਅ ਐਂਡ ਆਰਡਰ ਤੇ ਬੇਸ਼ੱਕ ਸੁਖਜਿੰਦਰ ਸਿੰਘ ਰੰਧਾਵਾ ਕਿਉਂਕਿ ਗ੍ਰਹਿ ਮੰਤਰੀ ਰਹੇ ਆ ਸੁਖ ਸਰਕਾਰੀਆ ਨੂੰ ਤੁਸੀਂ ਮਾਈਨਿੰਗ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਲਈ ਕੋਈ ਇੱਕ ਖਾਸ ਇਸ਼ੂ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਗਵਰਨਰ ਦੇ ਮੁੱਦੇ ਨੂੰ ਲੈ ਕੇ ਤਾਂ ਹੋਰ ਕਈ ਇਹ ਇੱਕ ਅੱਛੀ ਤਿਆਰੀ ਦੀ ਰਣਨੀਤੀ ਤਾਂ ਸੀ ਪਰ ਮੁੱਢਲੇ ਦੌਰ 'ਚ ਹੀ ਪਤਾ ਲੱਗਿਆ ਕਿ ਇੱਥੇ ਵੀ ਗੱਲ ਹੋ ਗਈ ਵੀ ਜੇ ਫਲਾਣੇ ਕੋ ਫਲਾਣਾ ਮੁੱਦਾ ਹੋਇਆ ਤੇ ਉਹ ਤਾਂ ਬੜਾ ਵੱਡਾ ਲੀਡਰ ਬਣੂਗਾ। ਅਸਲ 'ਚ ਓਪੋਜੀਸ਼ਨ ਪਾਰਟੀਆਂ ਕੋਲੇ ਸੰਖਿਆ ਬਲ ਬਹੁਤ ਥੋੜਾ ਹੈ ਇਸ ਕਰਕੇ ਜਦੋਂ ਐਡਰੈਸ ਤੇ ਬਹਿਸ ਸ਼ੁਰੂ ਹੋਏਗੀ ਤਾਂ ਜੋ ਵੀ ਕੁੱਲ ਸਮਾਂ ਰੱਖਿਆ ਹੈ ਉਹਦੇ 'ਚ ਉਹਨਾਂ ਕੋਲੇ ਸਮਾਂ ਮਿਲਣਾ ਹੀ ਨਹੀਂ ਜ਼ਿਆਦਾ ਕਿਉਂਕਿ 18 ਬੰਦੇ ਨੇ ਤਾਂ ਤੁਸੀਂ ਸੋਚ ਲਓ ਕਿ ਜੇ 1 ਘੰਟਾ ਰੱਖਿਆ ਤਾਂ ਉਹਨਾਂ ਨੂੰ 18 ਦੇ ਅਨੁਪਾਤ ਨਾਲ ਹੀ ਟਾਈਮ ਮਿਲਣਾ ਹੈ। ਇਸ ਤਰ੍ਹਾਂ ਹੀ ਜੇ ਭਾਜਪਾ ਕੋਲੇ 2 ਬੰਦੇ ਤਾਂ 2 ਦੇ ਨਾਲ ਹੀ ਅਨੁਪਾਤ ਨਾਲ ਉਹਨਾਂ ਨੂੰ ਮਿਲੇਗੀ। ਸੋ ਜ਼ਿਆਦਾ ਗੱਲ ਕਰਨ ਵਾਸਤੇ ਉਹਨਾਂ ਕੋਲੇ ਬੰਦੇ ਹੈ ਨਹੀਂ ਹੈ ਤੇ ਜਦੋਂ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨੇ ਫਿਰ ਕੋਸ਼ਿਸ਼ ਇਹ ਹੁੰਦੀ ਹੈ ਕਿ ਕੋਈ ਇੱਕ ਲੀਡਰ ਜਿਹੜਾ ਅੱਛਾ ਬੋਲ ਸਕਦਾ ਹੈ ਸਰਕਾਰ ਨੂੰ ਘੇਰ ਸਕਦਾ ਹੈ ਉਹ 1 ਜਾਂ 2 ਲੀਡਰ ਜਿਹੜੇ ਹੈਗੇ ਆ ਉਹ ਬੋਲ ਲੈਣ ਤਾਂ ਕਿ ਸਰਕਾਰ ਨੂੰ ਘੇਰਿਆ ਜਾ ਸਕੇ ਕਿਉਂਕਿ ਜਿਹੜੇ ਸਰਕਾਰੀ ਧਿਰ ਹੈਗੀ ਹੈ ਉਹ ਤਾਂ ਗੂੜੀ ਪਿਕਚਰ ਹੀ ਪੇਸ਼ ਕਰੇਗੀ ਅਸਲ 'ਚ ਤਾਂ ਜਿਹੜਾ ਆਈਨਾ ਦਿਖਾਣਾ ਹੁੰਦਾ ਉਹ ਤਾਂ ਉਹ ਵਿਰੋਧੀ ਧਿਰ ਨਹੀਂ ਦਿਖਾਣਾ ਹੁੰਦਾ। ਜੀ ਭਾਸਕਰ ਸਾਹਿਬ ਜਿਵੇਂ
ਇੰਦਰਪ੍ਰੀਤ ਜੀ ਗੱਲ ਕਰ ਰਿਹਾ, ਇਹ ਤਾਂ ਉਹ ਗੱਲ ਕਰ ਰਹੇ ਨੇ ਜਿਹੜੀ ਗੱਲ ਵਿਧਾਨਕ ਤਰੀਕੇ ਨਾਲ ਹੋਣੀ ਹੁੰਦੀ ਹੈ, ਪਰ ਕੌਣ ਮੰਨਦਾ ਇੱਥੇ ਨਿਯਮਾਂ ਨੂੰ, ਕਾਨੂੰਨਾਂ ਨੂੰ? 18 2 20 3 23 ਤੇ 1 24 ਇਹ ਜਿਹੜੀ ਫਿਗਰ ਮੈਂ ਇਸ ਕਰਕੇ ਦੱਸ ਰਿਹਾ ਕਿ 18 ਦੇ ਵਿੱਚ ਅਗਰ ਕਾਂਗਰਸ ਦੇ ਵਿੱਚ 2 ਜੋੜਦੀ ਹੈ ਤੇ ਬੀਜੇਪੀ ਦੇ 3 ਜੋੜਦੀ ਹੈ, ਅਕਾਲੀਆਂ ਦੇ 23 ਤੇ ਇੱਕ ਇੰਡੀਪੈਂਡੈਂਟ 24, ਯਾਨੀ ਇਹ 24 ਜਿਹੜੇ ਵਿਧਾਇਕ ਨੇ ਉਹਨਾਂ ਦੀ ਇੱਕ ਕਲੈਕਟਿਵ ਸਟ੍ਰੈਟਜੀ ਕੀ ਹੋਏਗੀ? ਤੁਸੀਂ ਬਿਲਕੁਲ ਠੀਕ ਕਿਹਾ ਕਿ 0 ਆਵਰਸ ਦੇ ਵਿੱਚ ਉਹ ਮੁੱਦੇ ਜ਼ਰੂਰ ਉੱਠਣਗੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਇਹਨਾਂ ਸਾਰਿਆਂ ਨੇ ਮਿਲ ਕੇ ਇੱਕ ਸਟ੍ਰੈਟਜੀ ਬਣਾਈ ਹੈ। ਉਹ ਹੈਗੀ ਹੈ ਉਸ ਗਵਰਨਰ ਨੂੰ ਲਿਖੀ ਹੋਈ ਚਿੱਠੀ। ਜਦ ਗਵਰਨਰ ਐਡਰੈਸ ਹੋ ਰਿਹਾ ਸੀਗਾ 3 ਮਾਰਚ ਨੂੰ, ਉਸ ਦਿਨ ਤੁਸੀਂ ਟ੍ਰੇਲਰ ਤੇ ਦੇਖ ਹੀ ਲਿਆ ਸੀ, ਜਦ ਗਵਰਨਰ ਸਾਹਿਬ ਮਾਈ ਗਵਰਨਮੈਂਟ ਕਹਿੰਦੇ ਸੀ ਤਾਂ ਪੰਗਾ ਪੈਂਦਾ ਸੀ, ਦਾ ਗਵਰਨਮੈਂਟ ਕਹਿੰਦੇ ਸੀ ਤਾਂ ਪੰਗਾ ਪੈਂਦਾ ਸੀ। ਅੱਜ ਉਸ ਮੁੱਦੇ ਦੇ ਉੱਤੇ ਆਪੋਜੀਸ਼ਨ ਸਾਰੀ ਦੀ ਸਾਰੀ ਅੱਗੇ ਵੱਧਦੀ ਨਜ਼ਰ ਆਏਗੀ। ਉਸ ਪਬਲੀਕੇਸ਼ਨ ਦੀ ਗੱਲ ਹੋਏਗੀ ਔਰ 4 ਮੁੱਦਿਆਂ ਦੇ ਉੱਤੇ ਜਿਹੜੀ ਆਪੋਜੀਸ਼ਨ ਪਾਰਟੀ ਹੈ ਸਰਕਾਰ ਨੂੰ ਘੇਰਨ ਦੀ ਇੱਕ ਸਟ੍ਰੈਟਜੀ ਬਣਾ ਕੇ ਚੱਲ ਰਹੀ ਹੈ। ਲਾਅ ਐਂਡ ਆਰਡਰ ਦੇ ਮੁੱਦੇ ਤੇ, ਅਜਨਾਲਾ ਇਨਸੀਡੈਂਟ, ਉਸ ਤੋਂ ਇਲਾਵਾ ਕਰਪਸ਼ਨ ਦੇ ਮੁੱਦੇ ਦੇ ਉੱਤੇ, ਔਰ ਇੱਕ ਜਿਹੜਾ ਮੇਨ ਮੁੱਦਾ ਹੋਏਗਾ ਕਿ ਐਕਸਾਈਜ਼ ਪਾਲਿਸੀ ਦੇ ਉੱਤੇ ਉਹ ਪ੍ਰੋਬ ਮੰਗਣ ਵਾਲੀ ਗੱਲ ਜਿਹੜੀ ਪੰਜਾਬ ਦੇ ਵਿੱਚ ਤੁਰ ਰਹੀ ਹੈ। ਕੰਬੀਨੇਸ਼ਨ ਕਿੱਦਾਂ ਰਹਿੰਦਾ ਹੈ ਇਸ ਗੱਲ ਦੇ ਉੱਤੇ ਜ਼ਿਆਦਾ ਧਿਆਨ ਰਹੇਗੀ। ਕਲੈਕਟਿਵ ਹੋ ਕੇ ਕਿ ਛੋਟੇ ਵੱਡੇ ਵਾਲੀ ਗੱਲ ਪਿਛਲੇ ਸੈਸ਼ਨ ਦੇ ਵਿੱਚ ਆਈ ਸੀ ਕਿ ਜਦ ਬਾਜਵਾ ਸਾਹਿਬ ਨੇ ਆਬਜੈਕਸ਼ਨ ਲਾਇਆ ਸੀ, ਸਾਨੂੰ ਕੈਮਰੇ ਦੇ ਵਿੱਚ ਬੜੇ ਨਿੱਕਾ ਜਿਹਾ ਦਿਖਾਇਆ ਜਾਂਦਾ ਹੈ ਔਰ ਜਦ ਰੂਲਿੰਗ ਪਾਰਟੀ ਦੇ ਬੰਦੇ ਬੋਲਦੇ ਨੇ ਤੇ ਉਹ ਬੜੇ ਵੱਡੇ ਜੋ ਹੋ ਜਾਂਦੇ ਨੇ। ਇਸ ਮੁੱਦੇ ਦਾ ਹੱਲ ਅੱਜ ਦੇਖਣ ਨੂੰ ਮਿਲ ਸਕਦਾ ਹੈ ਕਿ ਸ਼ਾਇਦ ਬਾਜਵਾ ਜੀ ਵੀ ਅੱਜ ਜਿਹੜਾ ਟੀਵੀ ਚੈਨਲ ਤੇ ਸੀਸੀਟੀਵੀ ਜਿਹੜੀ ਇੱਕ ਆਫੀਸ਼ੀਅਲ ਫੁਟੇਜ ਹੁੰਦੀ ਹੈ ਉਹਦੇ ਵਿੱਚ ਥੋੜੇ ਜਿਹੇ ਵੱਡੇ ਦਿਖਾਏ ਜਾਣ। ਹੁਣ ਇਹਨਾਂ ਗੱਲਾਂ ਦੇ ਉੱਤੇ ਹੋਰ ਘੰਟਾ ਕੁ ਰੁਕ ਜਾਓ, ਸਾਰੀ ਗੱਲਾਂ ਸਾਹਮਣੇ ਆ ਜਾਣਗੀਆਂ ਕਿਹੜੀ ਸਟ੍ਰੈਟਜੀ ਕਿੱਦਾਂ ਤੇ ਕਿਸ ਤਰੀਕੇ ਨਾਲ ਸਰਕਾਰ ਘਿਰਦੀ ਨਜ਼ਰ ਆਉਂਦੀ ਹੈ ਔਰ ਸਰਕਾਰ ਘਿਰਨ ਤੋਂ ਬਾਅਦ ਕਿਸ ਤਰੀਕੇ ਨਾਲ ਕਲੈਕਟਿਵ ਤਰੀਕੇ ਨਾਲ ਹਮਲਾ ਬੋਲ ਕੇ ਆਪੋਜੀਸ਼ਨ ਦੇ ਮੈਂਬਰਾਂ ਨੂੰ ਚੁੱਪ ਕਰਾਏ। ਇੰਦਰਪ੍ਰੀਤ ਜੀ, ਅਗਲੀ ਖਬਰ ਜਿਹੜੀ ਆ ਉਹ ਵੀ ਲਾਅ ਐਂਡ ਆਰਡਰ ਨਾਲ ਜੁੜੀ ਹੋਈ ਹੈ, ਭਾਵੇਂ ਕਿ ਇੱਥੇ ਲਾਅ ਐਂਡ ਆਰਡਰ ਨੂੰ ਲਿਆ ਨਹੀਂ ਆਪਾਂ ਸਕਦੇ। ਜੇਲ੍ਹਾਂ ਦਾ ਇੱਕ ਆਪਣਾ ਦਾਇਰਾ ਹੁੰਦਾ ਹੈ ਤੇ ਜੇਲ੍ਹਾਂ ਨੂੰ ਇੱਕ ਸਲਤਨਤ ਵਾਂਗ ਹੀ ਵੇਖਿਆ ਜਾਂਦਾ, ਜਿੱਥੇ ਸਰਕਾਰ ਦਾ ਰਾਜ ਹੁੰਦਾ ਪੂਰੀ ਤਰ੍ਹਾਂ, ਔਰ ਉੱਥੇ ਪਰਿੰਦਾ ਵੀ ਪਰ ਨਾ ਮਾਰ ਸਕੇ ਐਸੇ ਪ੍ਰਬੰਧ ਹੁੰਦੇ ਆ ਔਰ ਦਾਅਵੇ ਵੀ ਕੀਤੇ ਜਾਂਦੇ, ਸਾਰੀਆਂ ਸਰਕਾਰਾਂ ਕਰਦੀਆਂ ਆਈਆਂ। ਪਰ ਜੋ ਕੱਲ ਦਾ ਚੱਲੀ ਜਾਂਦਾ, ਇਹਦੇ ਉੱਤੇ ਕੋਈ ਦੋਨਾਂ ਹੀ ਮੈਂ ਤੁਹਾਡੇ ਤੋਂ ਟਿੱਪਣੀ ਚਾਹੁੰਦਾ ਹੈ। ਇਹਦੇ ਮੇਰੇ ਬਹੁਤਾ ਕਹਿਣ ਲਈ ਹੈ ਨਹੀਂ। ਜਿਹੜੀ ਵੀਡੀਓ ਵਾਇਰਲ ਹੋਈ, ਉਹ ਵੀਡੀਓ ਬਣੀ ਕਿਵੇਂ, ਵਾਇਰਲ ਕਿਵੇਂ ਹੋਈ, ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਨੂੰ ਸਜ਼ਾ ਦਿੱਤੀ ਗਈ, ਸਸਪੈਂਡ ਕੀਤੇ ਗਏ, ਬਾਕੀ ਸਾਰੀਆਂ ਗੱਲਾਂ, ਸਰਕਾਰ ਦੀ ਸੁਹਿਰਦਤਾ ਬਾਹਰੀ ਤੌਰ ਤੇ ਨਜ਼ਰ ਤੇ ਆਉਂਦੀ ਹੈ, ਲੇਕਿਨ ਜਿੱਥੇ ਨਜ਼ਰ ਆਉਣੀ ਚਾਹੀਦੀ ਸੀ ਕਿ ਕੈਪੇਬਲ ਲੋਕ, ਸਮਰੱਥ ਲੋਕ ਜੇਲ੍ਹਾਂ ਦੀ ਨਿਗਰਾਨੀ 'ਚ ਲੱਗੇ ਹੋਣ, ਉਹ ਆਖਰ ਇਹ ਸਭ ਕੁਝ ਵਾਪਰ ਜਾਣ ਤੋਂ ਬਾਅਦ ਲੀਕ ਪਿੱਟੀ ਜਾਣ ਦਾ ਕਿਵੇਂ ਆਪਾਂ ਇਹਨੂੰ ਲਈਏ? ਬਿਲਕੁਲ, ਤੁਹਾਡੇ ਤੁਸੀਂ ਉਦਾਹਰਨ ਬੜੀ ਠੀਕ ਦਿੱਤੀ ਹੈ ਕਿ ਸੱਪ ਤਾਂ ਨਿਕਲ ਗਿਆ, ਹੁਣ ਤਾਂ ਲਕੀਰ ਹੀ ਪਿੱਟ ਰਹੇ ਹਾਂ ਅਸੀਂ। ਇਹ ਦੇਖੋ ਕਈ ਵਾਰੀ ਇਸ਼ੂ ਆ ਚੁੱਕਿਆ, ਕੋਈ ਇਹ ਇਸ ਗਵਰਨਮੈਂਟ ਨਾਲ ਪਹਿਲੀ ਵਾਰ ਗਵਰਨਮੈਂਟ ਨਹੀਂ ਹੋਇਆ। ਇਸ ਤੋਂ ਪਹਿਲਾਂ ਵਾਲੀਆਂ ਗਵਰਨਮੈਂਟਾਂ ਜਾਂ ਉਸ ਤੋਂ ਵੀ ਪਹਿਲਾਂ ਵਾਲੀਆਂ ਗਵਰਨਮੈਂਟਾਂ ਇਹ ਕਲੇਮ ਕਰਦੀਆਂ ਰਹੀਆਂ ਨੇ ਕਿ ਜੇਲ੍ਹਾਂ ਦੇ ਵਿੱਚ ਸੁਰੱਖਿਆ ਬਹੁਤ ਸਖਤ ਕਰ ਦਿੱਤੀ ਗਈ ਹੈ। ਈਵਨ ਜਿਹੜੀ ਬਾਹਰਲੀ ਸੁਰੱਖਿਆ ਸੀ ਉਹ ਸੀਆਰਪੀ, ਲਾਸਟ ਗਵਰਨਮੈਂਟ ਦੇ ਵਿੱਚ ਸੀਆਰਪੀ ਦੇ ਹਵਾਲੇ ਵੀ ਕੀਤੀ ਗਈ ਵੀ ਤਾਂ ਕਿ ਕੋਈ ਚੀਜ਼ ਅੰਦਰ ਨਾ ਜਾਏ। ਇਸ ਤੋਂ ਬਾਵਜੂਦ ਵੀ ਜੇ ਮਤਲਬ ਆ ਜਾ ਰਹੇ ਨੇ ਮੋਬਾਈਲਸ ਜਾਂ ਕੁਝ ਹੋਰ ਜਿਹੜੀਆਂ ਵੀ ਇਲੈਕਟ੍ਰੋਨਿਕ ਚੀਜ਼ਾਂ ਨੇ ਜਿਸ ਤੋਂ ਰਿਕਾਰਡਿੰਗਾਂ ਹੋ ਸਕਦੀਆਂ, ਤਾਂ ਮੈਨੂੰ ਲੱਗਦਾ ਕਿ ਫਿਰ ਤਾਂ ਜੇਲ੍ਹਾਂ ਦਾ, ਔਰ ਇਹ ਵੀ ਹਾਈ ਸਿਕਿਉਰਿਟੀ ਜੇਲ੍ਹ 'ਚ, ਜਿਹੜੀ ਗੋਇੰਦਵਾਲ ਦੀ ਜੇਲ੍ਹ ਹੈ ਉਹ ਹਾਈ ਸਿਕਿਉਰਿਟੀ ਜੇਲ੍ਹ ਦੇ ਤੌਰ ਤੇ ਬਣਾਈ ਗਈ ਹੈ। ਜੇ ਹਾਈ ਸਿਕਿਉਰਿਟੀ ਜੇਲ੍ਹਾਂ ਦਾ ਮੈਨੂੰ ਇਹ ਹਾਲ ਦਿਖ ਰਿਹਾ ਹੈ ਤਾਂ ਤੁਸੀਂ ਸੋਚ ਸਕਦੇ ਹੋ ਕਿ ਜਿਹੜੀਆਂ ਬਾਕੀ ਦੀਆਂ ਜੇਲ੍ਹਾਂ ਨੇ ਫਿਰ ਉਹਨਾਂ ਦਾ ਕੀ ਹਾਲ ਹੁੰਦਾ ਹੋਏਗਾ। ਇਹਦੇ 'ਚ ਇੱਕ ਨੁਕਤਾ ਸਿਰਫ ਇੰਨਾ ਕਿ ਹੈਗਾ ਕਿ ਜਾਂ ਤਾਂ ਇਹ ਚੀਜ਼ਾਂ ਸਭ ਪਹੁੰਚਾਈਆਂ ਜਾ ਰਹੀਆਂ ਨੇ ਜਾਣਬੁੱਝ ਕੇ, ਤੇ ਜਾਂ ਫਿਰ ਮਤਲਬ ਇਹ ਇੰਨੀ ਕੁ ਲਾਪਰਵਾਹੀ ਹੈ ਜਾਂ ਇੰਨੀ ਕੁ ਮਿਲੀ ਭਗਤ ਹੈ ਵਾਰਡਨਸ ਦੀ ਜਾਂ ਜਿਹੜੇ ਜੇਲ੍ਹ ਦੇ ਉਹ ਹੋਰ ਅਧਿਕਾਰੀ ਨੇ ਉਹਨਾਂ ਦੀ, ਕੀ ਪੈਸੇ ਲੈ ਲੈ ਕੇ ਸਾਰਾ ਕੁਝ ਅੰਦਰ ਪਹੁੰਚਾਈ ਜਾ ਰਿਹਾ ਹੈ। ਇਹ ਇੱਕ ਬੜਾ ਗੰਭੀਰ ਇਸ਼ੂ ਹੈਗਾ। ਦੇਖੋ ਜਿਸ ਤਰ੍ਹਾਂ ਦਾ ਵੀਡੀਓ ਬਣਿਆ ਔਰ ਜਿਸ ਤਰ੍ਹਾਂ ਮਤਲਬ ਪੁਲਿਸ ਉੱਥੇ ਜਿਹੜੇ ਸਿਕਿਉਰਿਟੀ ਗਾਰਡਸ ਹੈਗੇ ਆ, ਵਾਰਡਨ ਹੈਗੇ, ਉਹ ਸਾਰੇ ਜਿਸ ਤਰ੍ਹਾਂ ਦਾ ਘੁੰਮੀ ਜਾ ਰਹੇ, ਇਸ ਤਰ੍ਹਾਂ ਲੱਗ ਰਿਹਾ ਸੀਗਾ ਜੀ ਕਿ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਇਹਨੂੰ ਦੂਸਰੀ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਹੈ। ਮੈਨੂੰ ਲੱਗਦਾ ਕਿ ਜਿਹੜਾ ਇਸ ਤੇ ਅਗਰ ਨਿਰਪੱਖ ਜਾਂਚ ਕੀਤੀ ਗਈ ਤਾਂ ਬਹੁਤ ਵੱਡੇ ਖੁਲਾਸੇ ਹੋਣਗੇ। ਇਹਨੂੰ ਆਪਾਂ ਲਾਪਰਵਾਹੀ ਦੇ ਤੌਰ ਤੇ ਨਾ ਦੇਖੀਏ, ਮੈਨੂੰ ਲੱਗਦਾ ਹੈ ਕਿ ਵੱਡੀ ਸਾਜ਼ਿਸ਼ ਦੇ ਤੌਰ ਤੇ ਦੇਖੀਏ। ਇੱਕ ਸਾਜ਼ਿਸ਼ ਦਾ ਨਤੀਜਾ ਹੋ ਸਕਦਾ ਕਿਉਂਕਿ ਜਿਹੜਾਂ ਦੇ ਵਿੱਚ ਲੜਾਈ ਹੋਈ ਹੈ ਉਹ ਇੱਕ ਹਾਈ ਪਰਸਨੈਲਿਟੀ ਜਿਹੜੀ ਬਹੁਤ ਵੱਡੀ ਹੋ ਗਈ ਹੈ ਵਿਸ਼ਵ ਭਰ ਦੇ ਵਿੱਚ ਹੀ, ਸਿੱਧੂ ਮੂਸੇਵਾਲਾ, ਉਹਦੇ ਕਤਲ ਨਾਲ ਸੰਬੰਧਿਤ ਲੋਕ ਨੇ ਇਹ ਸਾਰੇ। ਸੋ ਮੈਨੂੰ ਲੱਗਦਾ ਕਿ ਇਹਨੂੰ ਸਾਜ਼ਿਸ਼ ਦੇ ਤੌਰ ਤੇ ਹੀ ਸਾਨੂੰ ਦੇਖਣਾ ਚਾਹੀਦਾ ਹੈ। ਲਾਪਰਵਾਹੀ ਦੇ ਤੌਰ ਤੇ ਤਾਂ ਮੈਂ ਇਹਨੂੰ ਜ਼ਿਆਦਾ ਨਹੀਂ ਦੇਖ ਪਾ ਰਿਹਾ, ਕਿਉਂਕਿ ਇਹ ਬਹੁਤ ਸੈਂਸਿਟਿਵ ਇਸ਼ੂ ਨੇ, ਸੰਵੇਦਨਸ਼ੀਲ ਨੇ। ਅਸੀਂ ਇੱਕ ਇੱਕ ਲਫ਼ਜ਼ ਬੜਾ ਸੋਚ ਸਮਝ ਕੇ ਤੇ ਕਹਿੰਦੇ ਆ, ਪਰ ਮੈਨੂੰ ਯਾਦ ਆਉਂਦੇ ਨੇ ਸੁਖਜਿੰਦਰ ਸਿੰਘ ਰੰਧਾਵਾ
ਜਦੋਂ ਉਹ ਜਦੋਂ ਉਹ ਇੱਕ ਚੈਨਲ ਨਾਲ ਇੰਟਰਵਿਊ ਦੌਰਾਨ ਇਹ ਕਹਿ ਦਿੰਦੇ ਆ ਕਿ ਮੈਂ ਜਦੋਂ ਡਿਪਟੀ ਸੀਐਮ ਸੀ, ਤਿਹਾੜ ਜੇਲ੍ਹ ਦੇ ਸਭ ਤੋਂ ਵੱਡੇ ਅਧਿਕਾਰੀ ਨਾਲ ਗੱਲ ਹੋਈ ਕਿ ਕੀ ਹੋ ਰਿਹਾ ਜੀ ਤੁਹਾਡੇ ਉੱਥੋਂ, ਕੀ ਐਕਟੀਵਿਟੀਜ਼ ਹੋ ਰਹੀਆਂ, ਫੋਨ ਮਿਲ ਰਿਹਾ, ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅਸੀਂ ਫੋਨ ਆਪ ਹੀ ਦਿੰਨੇ ਆ। ਸੋ ਇਸ ਸੰਦਰਭ ਨੂੰ ਸਾਰੇ ਕਿਤੇ ਲਾ ਕੇ ਜੇਕਰ ਗੱਲ ਦੇਖੀ ਜਾਵੇ ਤੇ ਹੋਰ ਅਰਥ ਨਿਕਲ ਆਉਂਦੇ ਆ। ਪਰ ਇਹ ਭਾਸਕਰ ਸਾਹਿਬ ਐਸਾ ਵਰਤਾਰਾ ਜਿਹੜਾ ਖੌਫ ਜ਼ਿਆਦਾ ਕਰਦਾ ਹੈ, ਇਹ ਅਮਨ ਕਾਨੂੰਨ ਦੀ ਸਥਿਤੀ ਨੂੰ ਡਿਫਾਈਨ ਕਰਦਾ, ਇਹ ਲੋਕਾਂ ਦੇ ਅੰਦਰ ਸਹਿਮ ਬਣਾਉਂਦਾ। ਇਹ ਜੇਲ੍ਹ 'ਚ ਹੋ ਰਹੀ ਘਟਨਾ ਇਹ ਬਾਹਰ ਲੋਕਾਂ ਦੇ ਮਨੋਬਲ ਤੇ ਅਸਰ ਪਾਉਂਦੀ ਆ, ਪ੍ਰਵਾਸ ਵੱਧ ਜਾਂਦਾ, ਕਾਰੋਬਾਰੀ ਸ਼ਿਫਟ ਹੋਣ ਲੱਗਦੇ ਆ, ਪਲਾਇਨ ਵੱਧ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਤੇ ਸਰਕਾਰਾਂ ਨੂੰ ਆਪਣਾ ਹਰਫ ਬੜੇ ਜ਼ੋਰਦਾਰ ਤਰੀਕੇ ਨਾਲ ਪੇਸ਼ ਕਰਨਾ ਚਾਹੀਦਾ, ਜਿਹਦੀ ਅਣਹੋਂਦ ਦਿਸਦੀ ਆ। ਜਿਹੜਾ ਸਾਹਮਣਿਓਂ ਅਗਵਾਈ ਦੇਣ ਵਾਲਾ ਇੱਕ ਪੋਲੀਟੀਕਲ ਵਿਲ ਹੈ, ਉਹਦੀ ਤਲਾਸ਼ ਮੈਨੂੰ ਲੱਗਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਹੋਊਗੀ। ਜੀ ਜੀ, ਜੇਲ੍ਹਾਂ ਦੀ ਸਿਕਿਉਰਿਟੀ ਨੂੰ ਲੈ ਕੇ ਕਈ ਵਾਰ ਕੋਰਟਾਂ ਦੇ ਵਿੱਚ ਵੀ ਬੜੀ ਗੱਲ ਹੋਈ ਹੈ, ਔਰ ਕੋਰਟਾਂ ਨੇ ਵੀ ਜੈਮਰ ਲਾਉਣ ਵਾਸਤੇ ਬਹੁਤ ਵਾਰ ਸਰਕਾਰ ਨੂੰ ਲਿਖਿਆ। ਇੱਥੇ ਤੱਕ ਗੱਲ ਪਹੁੰਚ ਗਈ ਸੀਗੀ ਕਿ ਜੇ ਤੁਹਾਡੇ ਤੋਂ ਨਹੀਂ ਸੰਭਲਦੀ ਤੇ ਕਿਉਂ ਨਾ ਕੇਂਦਰ ਸਰਕਾਰ ਨੂੰ ਠੇਕੇ ਤੇ ਇਹ ਜੇਲ੍ਹਾਂ ਦੇ ਦਿੱਤੀ ਜਾਏ। ਹੁਣ ਜਿਹੜਾ ਇਨਸੀਡੈਂਟ ਅੱਜ ਅਸੀਂ ਡਿਸਕਸ ਕਰ ਰਹੇ ਹਾਂ, ਉਹਦੇ ਵਿੱਚ ਉਹ ਖੁੰਖਾਰ ਗੈਂਗਸਟਰ ਇੱਕ ਹੀ ਸੈੱਲ ਦੇ ਵਿੱਚ ਲੌਜ ਕੀਤੇ ਹੋਏ ਨੇ, ਔਰ ਇਹ ਆਪਣੇ ਆਪ ਵਿੱਚ ਬੜੀ ਇੱਕ ਲਾਪਰਵਾਹੀ ਵੀ ਹੈਗੀ ਹੈ, ਔਰ ਮੋਬਾਈਲ ਬੇਖੌਫ ਤਰੀਕੇ ਨਾਲ ਬਣਾਇਆ ਜਾ ਰਿਹਾ। ਜਿਹੜੇ ਵਿਅਕਤੀਆਂ ਨੂੰ, ਜਿਹੜੇ ਗੈਂਗਸਟਰਾਂ ਨੂੰ ਉਹ ਮਾਰਦੇ ਨੇ, ਉਹਨਾਂ ਦੀ ਫੋਟੋ ਨਸ਼ਰ ਕਰਦੇ ਹੋਏ ਇਹ ਗੱਲ ਤੱਕ ਕਹਿ ਰਹੇ ਨੇ ਕਿ ਦੇਖੋ ਆ ਫਲਾਣੇ ਬੰਦੇ ਸੀਗੇ, ਆਪਾਂ ਮਾਰਤੇ। ਹੁਣ ਇਹਦੇ ਉੱਤੇ ਜੇਲ੍ਹਾਂ ਦੇ ਵਿੱਚ ਕੀ ਕਾਰਵਾਈ ਹੋ ਸਕਦੀ ਹੈ? ਸਰਕਾਰ ਨੇ 7 ਬੰਦੇ ਸਸਪੈਂਡ ਕਰਤੇ, 5 ਅਰੈਸਟ ਕਰ ਲਏ, ਜੇਲ੍ਹ ਸੁਪਰੀਡੈਂਟ ਤੋਂ ਲੈ ਕੇ ਡਿਪਟੀ ਸੁਪਰੀਡੈਂਟ ਦੇ ਖਿਲਾਫ ਐਕਸ਼ਨ ਲੈ ਲਿਆ ਕਿ ਇਹਦੇ ਨਾਲ ਗੱਲ ਖਤਮ ਹੋ ਜੂਗੀ। ਅੱਗੇ ਚੱਲ ਕੇ ਏਦਾਂ ਦੀ ਲਾਪਰਵਾਹੀ ਨਾ ਹੋਏ, ਕਿਉਂਕਿ ਜਦ ਵੀ ਕੋਈ ਨਵੀਂ ਸਰਕਾਰ ਆਉਂਦੀ ਹੈ ਹਮੇਸ਼ਾ ਕੋਈ ਜੇਲ੍ਹ ਮੰਤਰੀ ਬਣਦਾ। ਤੁਹਾਨੂੰ ਯਾਦ ਹੋਏਗਾ ਜਦ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਜੇਲ੍ਹ ਮੰਤਰੀ ਬਣੇ ਸੀਗੇ ਤੇ ਪਹਿਲੇ ਦਿਨ ਹੀ ਉਹਨਾਂ ਨੇ ਇੱਕ ਤਰੀਕੇ ਨਾਲ ਡੈਲੀਬਰੇਟਲੀ ਤੇ ਨਹੀਂ ਕੀਤੀ ਸੀਗੀ ਕਿ ਵੀ ਮੈਨੂੰ ਸਭ ਤੋਂ ਪਹਿਲੀ ਵਧਾਈ ਜੇਲ੍ਹ ਤੋਂ ਆਈ ਕਿ ਵਧਾਈ ਹੋਏ ਤੁਸੀਂ ਜੇਲ੍ਹ ਮੰਤਰੀ ਬਣ ਗਏ। ਹੁਣ ਏਦਾਂ ਦੇ ਹਾਲਾਤ ਵਿੱਚ ਕੌਣ ਕੀ ਕਰ ਸਕਦਾ ਮੈਨੂੰ ਨਹੀਂ ਪਤਾ, ਲੇਕਿਨ ਇਸ ਮੁੱਦੇ ਦੇ ਉੱਤੇ ਕੋਈ ਨਾ ਕੋਈ ਹੱਲ ਸੂਬੇ ਦੀ ਸਰਕਾਰ ਨੂੰ ਕੱਢਣਾ ਪਏਗਾ। ਜਦ ਮੁੱਖ ਮੰਤਰੀ ਜਿਹੜੇ ਜੇਲ੍ਹ ਦੇ ਪੋਰਟਫੋਲੀਓ ਵੀ ਉਹਨਾਂ ਕੋਲ ਹੈਗਾ, ਔਰ ਅਗਰ ਉਹ ਕਹਿੰਦੇ ਨੇ ਕਿ ਜੇਲ੍ਹ ਦੇ ਵਿੱਚ VIP ਕਲਚਰ ਅਸੀਂ ਖਤਮ ਕਰਤਾ, ਤੇ ਇਹ ਕੋਈ VIP ਕਲਚਰ ਤੋਂ ਘੱਟ ਨਹੀਂ ਹੈਗਾ, ਕਿਉਂਕਿ ਬਹੁਤ ਸਾਰੇ ਕ੍ਰਾਈਮ ਅਸੀਂ ਇਸ ਤਰ੍ਹਾਂ ਦੇ ਦੇਖੇ ਨੇ ਜਿਨ੍ਹਾਂ ਦੀ ਕੌਨਸਪੀਰੇਸੀ ਹਮੇਸ਼ਾ ਜੇਲ੍ਹ ਤੋਂ ਹੁੰਦੀ ਆਈ ਹੈ। ਈਵਨ ਸਿੱਧੂ ਮੂਸੇਵਾਲੇ ਦਾ ਕਤਲ ਵੀ ਤਿਹਾੜ ਜੇਲ੍ਹ ਤੋਂ ਕਨਸਪਾਇਰ ਹੋਇਆ, ਇਹ ਗੱਲ ਵੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਹੈ। ਪਰ ਇਸ ਮੁੱਦੇ ਦੇ ਉੱਤੇ ਸਰਕਾਰ ਕਿੱਦਾਂ ਅੱਗੇ ਵੱਧਦੀ ਨਜ਼ਰ ਆਉਂਦੀ ਹੈ, ਔਰ ਜੇਲ੍ਹਾਂ ਦੇ ਵਿੱਚ ਕਿਸ ਤਰ੍ਹਾਂ ਸੁਰੱਖਿਆ ਦੇ ਬੰਦੋਬਸਤ ਕਰਦੀ ਹੈ, ਇਹਦੇ ਉੱਤੇ ਹਜੇ ਵੀ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਹੈ। ਨੋ ਡਾਊਟ ਕਿ ਅੱਜ ਸਦਨ ਦੇ ਵਿੱਚ, ਵਿਧਾਨ ਸਭਾ ਦੇ ਵਿੱਚ ਇਸ ਮੁੱਦੇ ਤੇ ਵੀ ਬਹੁਤ ਵੱਡਾ ਹੰਗਾਮਾ ਹੋਣ ਵਾਲਾ ਹੈ, ਔਰ ਮੇਰੇ ਖਿਆਲ ਇਹ ਪਹਿਲੇ ਮੁੱਦਿਆਂ ਚੋਂ ਹੋਊਗਾ, ਕਿਉਂਕਿ ਤੁਰੰਤ ਵਾਪਰੀ ਘਟਨਾ ਦੇ ਉੱਤੇ ਰਿਐਕਸ਼ਨ ਤਾਂ ਆਉਣਾ ਬਣਦਾ ਹੈ। ਔਰ ਦੂਜੀ ਗੱਲ, ਸੁਖਪਾਲ ਸਿੰਘ ਖਹਿਰਾ ਦਾ ਇਹ ਏਰੀਆ ਆਉਂਦਾ ਹੈ, ਸੁਖਪਾਲ ਸਿੰਘ ਖਹਿਰਾ ਦੇ ਭੁਲੱਥ ਨਾਲ ਲੱਗਦਾ, ਗੋਇੰਦਵਾਲ ਸਾਹਿਬ ਲਗਭਗ ਜਾ ਲੱਗਦਾ ਹੈ। ਮੈਂ ਜ਼ਰੂਰ ਇੰਦਰਪ੍ਰੀਤ ਜੀ ਥੋੜਾ ਜਿਹਾ ਅੱਗੇ ਜਾਣਾ ਚਾਹੂੰਗਾ। ਵੈਸੇ ਭਾਸਕਰ ਸਾਹਿਬ ਠੇਕੇ ਤੇ ਦਿੱਤੇ ਜਾਣ ਦੀ ਗੱਲ ਤਾਂ ਕਰ ਰਹੇ ਨੇ, ਸ਼ਾਇਦ ਉਦੋਂ ਇਹ ਕਿਹਾ ਗਿਆ ਸੀ ਕਿ ਰਿਜ਼ਰਵ ਫੋਰਸਿਸ ਕਿਉਂ ਨਾ ਤੈਨਾਤ ਕਰਤੀਆਂ ਜਾਣ, ਕੇਂਦਰ ਦਾ ਜਮਾ ਕਿਉਂ ਨਾ ਲਾਤਾ ਜਾਵੇ। ਦੂਜੀ ਗੱਲ ਜਿਹੜੀ ਅਸੀਂ ਇਸ ਵੇਲੇ ਸਭ ਤੋਂ ਅਹਿਮ ਲੈਣਾ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਨੂੰ ਦਿੱਲੀ 'ਚ ਕਾਫੀ ਜ਼ਿਆਦਾ ਥ੍ਰੈਟ ਆ, ਖਤਰਾ ਹੈ, ਕਿਉਂਕਿ ਉੱਪਰਲੀ ਤੇ ਥੱਲੇ ਦੀ ਸੱਤਾ ਦੇ ਵਿੱਚ ਟਕਰਾਅ ਵੱਡਾ ਹੋਇਆ। ਪਹਿਲੀ ਵਾਰੀ ਸ਼ਾਇਦ ਇਹਨਾਂ ਨੂੰ ਇਮਿਊਨਿਟੀ ਮਿਲੀ ਆ ਜਦੋਂ ਲਗਭਗ ਅੱਧੀ ਦਰਜਨ ਤੋਂ ਵੱਧ 8-9 ਪਾਰਟੀਆਂ ਸਿੱਧੀਆਂ ਆ ਕੇ ਇਹਨਾਂ ਦੇ ਹੱਕ 'ਚ ਖੜੀਆਂ ਹੋਈਆਂ। ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ। ਇੰਦਰਪ੍ਰੀਤ ਜੀ, ਇਹ ਡਿਫਾਈਨ ਕਰੋ ਜ਼ਰਾ, ਇਹ ਵਰਤਾਰੇ ਆਮ ਆਦਮੀ ਪਾਰਟੀ ਦੇ ਸੁਪਰੀਮਾਂ ਨੂੰ ਤੇ ਤਾਕਤ ਦੇਣ ਵਾਲੇ ਆ, ਜਿਹੜੇ ਦਿੱਲੀ ਤੋਂ ਬਾਹਰ ਦੂਜੇ ਸੂਬਿਆਂ 'ਚ ਉਦੋਂ ਕੰਪੇਨ ਕਰ ਰਿਹਾ ਜਦੋਂ ਉਹਨਾਂ ਦੇ ਸਭ ਤੋਂ ਅਹਿਮ ਬੰਦੇ ਅੰਦਰ ਪੁੱਛਗਿੱਛ ਲਈ ਤਾੜੇ ਹੋਇਆ ਤੇ ਹੋਰ ਕਈਆਂ ਤੇ ਗਾਜ ਡਿੱਗਣ ਦੀ ਤਲਵਾਰ ਲਟਕੀ ਹੋਈ ਆ। ਸੋ ਇਹ ਮਾਮਲੇ ਨੂੰ ਥੋੜਾ ਜਿਹਾ ਅੱਗੇ ਵਧਾਓ। ਦੇਖੋ ਰੰਧਾਵਾ ਸਾਹਿਬ, ਮੈਨੂੰ ਲੱਗਦਾ ਕਿ ਇਹ ਜਿਹੜਾ ਇਸ਼ੂ ਹੈਗਾ ਇਹ ਕੱਲਾ ਸਿਸੋਦੀਆ ਸਾਹਿਬ ਨਾਲ ਰਿਲੇਟਡ ਨਹੀਂ ਹੈ। ਇਹ ਸਿਸੋਦੀਆ ਸਾਹਿਬ ਇੱਕ ਕੇਂਦਰ 'ਚ ਤਾਂ ਜ਼ਰੂਰ ਰੱਖੇ ਹੋਏ ਨੇ, ਪਰ ਜਿਹੜੇ ਅਸਲੀ ਇਹਦੇ ਪਿੱਛੇ ਜਿਹੜੀ ਰਾਜਨੀਤੀ ਹੋਣੀ ਹੈ ਉਹ 2024 ਹੈ। ਇਹ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ, ਇਹ ਸਾਰੀਆਂ ਦੀਆਂ ਸਾਰੀਆਂ ਭਾਜਪਾ ਵਿਰੋਧੀ ਪਾਰਟੀਆਂ ਨੇ, ਜਿਨ੍ਹਾਂ ਨੇ ਇੱਕ ਮਤਲਬ ਇਕੱਠਾ ਕੋਈ ਗਠਜੋੜ ਬਣਾਉਣਾ ਹੈ ਭਾਜਪਾ ਨੂੰ 24 ਦੇ ਵਿੱਚ ਇੱਕ ਹਮਲਾਵਰ ਰੁਖ ਦੇਣ ਵਾਸਤੇ। ਹਜੇ ਤੱਕ ਉਹ ਕਾਂਗਰਸ ਦੇ ਪਿੱਛੇ ਹੀ ਲੱਗੇ ਸੀ, ਲੇਕਿਨ ਜਿਹੜੀ ਪਿੱਛੇ ਜੇ ਮੀਟਿੰਗ ਹੋਈ ਹੈ ਜਿਸ 'ਚ ਕਾਂਗਰਸ ਨੇ ਇਹ ਤੱਕ ਕਹਿਤਾ ਕਿ ਉਹ ਵੱਡੇ ਤੋਂ ਵੱਡਾ
ਉਹ ਦੇਣ ਲਈ ਤਿਆਰ ਹੈ ਬਲੀਦਾਨ, ਕਿਉਂਕਿ ਕਾਂਗਰਸ ਪਹਿਲਾਂ ਇਸ ਗੱਲ ਤੇ ਹੀ ਅੜੀ ਹੋਈ ਸੀ ਕਿ ਉਹਨਾਂ ਦੀ ਅਗਵਾਈ ਚ ਲੜੀ ਜਾਣ। ਪਰ ਪੋਲੀਟੀਕਲ ਪਾਰਟੀਆਂ ਜਿਹੜੀਆਂ ਦੂਜੀਆਂ ਨੇ ਉਹ ਸ਼ਾਇਦ ਹਜੇ ਤੱਕ ਇਸ ਗੱਲ ਲਈ ਰਾਜੀ ਨਹੀਂ ਹੋਈਆਂ ਕਿ ਰਾਹੁਲ ਗਾਂਧੀ ਨੂੰ ਅੱਗੇ ਪੇਸ਼ ਕਰਕੇ ਕਾਂਗਰਸ ਜਿਹੜੀ ਹੈ ਉਹ ਅੱਗੇ ਆਏ। ਸੋ ਮੈਨੂੰ ਇਹ ਲੱਗਦਾ ਕਿ ਇਹ ਇੱਕ ਇਸ਼ੂ ਹੈ ਜਿਹਦੇ ਨਾਲ ਇਹ ਪਾਰਟੀਆਂ ਇਕੱਠੀਆਂ ਹੋ ਰਹੀਆਂ ਨੇ ਔਰ ਉਹਦੇ ਲਿਖਿਆ ਗਿਆ ਹੈ। ਦੇਖੋ, ਜਿੱਥੇ ਤੱਕ ਮਨੀਸ਼ ਸਿਸੋਦੀਆ ਦੀ ਗੱਲ ਹੈ, ਮੈਨੂੰ ਲੱਗਦਾ ਕਿ ਭਾਜਪਾ ਇਸ ਨੂੰ ਕੈਸ਼ ਵੀ ਕਰ ਸਕਦੀ ਹੈ, ਕਿਉਂਕਿ ਮਨੀਸ਼ ਸਿਸੋਦੀਆ ਦੇ ਉੱਤੇ ਕੋਈ ਹੋਰ ਚਾਰजेस ਨਹੀਂ ਹੈ, ਕਰਪਸ਼ਨ ਦੇ ਚਾਰजेस ਨੇ। ਜੇ ਕਰਪਸ਼ਨ ਦੇ ਚਾਰजेस ਨੂੰ ਲੈ ਕੇ ਪੋਲੀਟੀਕਲ ਪਾਰਟੀਆਂ ਦੂਜੀਆਂ ਇਕੱਠੀਆਂ ਹੁੰਦੀਆਂ ਨੇ ਤਾਂ ਭਾਜਪਾ ਦੇ ਜਿਹੜੇ ਆਈਟੀ ਸੈੱਲ ਹੈ ਜਾਂ ਦੂਜੇ ਸੈੱਲ ਨੇ ਜਾਂ ਖੁਦ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਵੀ ਇਹ ਚੀਜ਼ਾਂ ਟੇਕ ਅਪ ਕਰਕੇ ਹਮਲਾਵਰ ਰੁਖ ਵੀ ਅਪਣਾ ਸਕਦੇ ਨੇ ਵੀ ਦੇਖੋ ਜਿਹੜੀ ਸਰਕਾਰ ਕੰਮ ਕਰ ਰਹੀ ਹੈ ਕਰਪਸ਼ਨ ਦੇ ਖਿਲਾਫ, ਉਹਨੂੰ ਹੀ ਜਿਹੜੀਆਂ ਉਹਦੇ ਖਿਲਾਫ ਜਿਹੜੀਆਂ ਇਹ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋ ਕੇ ਸਾਨੂੰ ਇਸ ਕਿਸਮ ਦੀਆਂ ਮੱਤਾਂ ਦੇ ਰਹੀਆਂ ਨੇ। ਸੋ ਮੈਨੂੰ ਲੱਗਦਾ ਕਿ ਇਹ ਦੋਨੋਂ ਦੁਤਰਫਾ ਹੋ ਜਾਏਗਾ, ਇਹਨਾਂ ਦਾ ਇਕੱਠਾ ਹੋਣਾ ਵੀ ਔਰ ਭਾਜਪਾ ਇਹਨਾਂ ਤੇ ਹਮਲਾਵਰ ਵੀ ਹੋ ਸਕਦੀ ਹੈ। ਇਹ ਇੱਕ ਇਸ਼ੂ ਉਸ ਨਜ਼ਰੀਏ ਨਾਲ ਦੇਖਣ ਦੀ ਲੋੜ ਹੈ। ਭਾਸਕਰ ਸਾਹਿਬ, ਇਹਦੇ ਵਿੱਚ ਕਾਂਗਰਸ, ਡੀਐਮਕੇ ਤੇ ਲੈਫਟ ਵਾਲੇ ਪਾਸੇ ਰਹਿ ਗਏ। ਮੈਨੂੰ ਲੱਗਦਾ ਉਹਨਾਂ ਨੂੰ ਸਥਿਤੀ ਦੀ ਸੰਵੇਦਨਸ਼ੀਲਤਾ ਦਾ ਅੰਦਾਜ਼ਾ ਹੈ ਕਿ ਇਹ ਬਾਉਂਸ ਬੈਕ ਕਰੇਗਾ। ਇਹ ਮਾਮਲਾ ਉਹਨਾਂ ਸਿੱਧਾ ਨਹੀਂ ਜਿਵੇਂ ਇੰਦਰਪ੍ਰੀਤ ਕਹਿ ਰਿਹਾ। ਔਰ ਜਦੋਂ ਬੀਆਰਐਸ ਵਾਲੇ ਕੇ ਚੰਦਰਸ਼ੇਖਰ ਰਾਓ, ਮਮਤਾ ਬੈਨਰਜੀ, ਕੇਜਰੀਵਾਲ ਸਾਹਿਬ ਤੇ ਤੇਜਸਵੀ ਯਾਦਵ, ਫਰੂਕ ਅਬਦੁੱਲਾ, ਸ਼ਰਦ ਪਵਾਰ, ਅਖਿਲੇਸ਼ ਯਾਦਵ, ਇਹ ਸਾਰੇ ਆਉਂਦੇ ਆ ਤਾਂ ਫਿਰ ਮੋਟਾ ਜਿਹਾ ਸਵਾਲ ਉੱਠਣਾ ਸ਼ੁਰੂ ਹੋ ਜਾਂਦਾ ਕਿ ਸਾਰੇ ਦੇ ਸਾਰੇ ਵਿਕਟਮ ਨੇ, ਇਹ ਸਾਰੇ ਦੇ ਸਾਰੇ ਪੀੜਤ ਨੇ, ਇਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਲਝਣ ਦੀ ਸਥਿਤੀ ਦਾ ਸਾਹਮਣਾ ਹੈ। ਇੱਥੇ ਹਮਲਾ ਹੋਊਗਾ ਕਿ ਆਖਿਰਕਾਰ ਤੁਸੀਂ ਕਿਵੇਂ ਅੱਗੇ ਵਧਣਾ ਚਾਹੁੰਦੇ ਹੋ। ਦੇਸ਼ ਨੂੰ ਸੁਨੇਹਾ ਲਾਇਆ ਜਾਊਗਾ ਕਿ ਕੀ ਤੁਸੀਂ ਜਾਂਚ ਤੋਂ ਭੱਜਦੇ ਹੋ, ਕਰਪਸ਼ਨ ਨੂੰ ਤੁਸੀਂ ਸ਼ੈਲਟਰ ਕਰਨਾ ਚਾਹੁੰਦੇ ਹੋ, ਤੁਸੀਂ ਕਰਪਸ਼ਨ ਦੇ। ਔਰ ਵੱਡੀ ਗੱਲ ਇਹ ਵੀ ਹੈ ਕਿ ਇਹਦੀ ਆੜ ਦੇ ਵਿੱਚ ਬੀਜੇਪੀ ਦੇ ਖਿਲਾਫ ਦੋ ਮੋਰਚੇ ਬਣਨ ਦੀ ਗੁੰਜਾਇਸ਼ ਪੈਦਾ ਹੋ ਗਈ ਆ, ਜਿਹਦੇ ਵਿੱਚ ਇੱਕ ਕਾਂਗਰਸ ਦੀ ਅਗਵਾਈ ਵਾਲਾ ਤੇ ਦੂਜਾ ਇਹਨਾਂ ਚੋਂ ਕਿਹਦੀ ਅਗਵਾਈ ਵਾਲਾ, ਕਿਉਂਕਿ ਸਾਰੇ ਹੀ ਸੱਪ ਨੇ। ਇਹਦੇ ਵਿੱਚ ਬਹੁਤ ਕਲੀਅਰ ਹੈ ਕਿ ਨਿਤੀਸ਼ ਕੁਮਾਰ ਇੱਕ ਸਾਈਡ ਤੇ ਨੇ, ਸ਼ਰਦ ਪਵਾਰ ਵੱਖਰੀ ਤਰ੍ਹਾਂ ਦੀ ਧਾਰਾ 'ਚ ਚੱਲਦੇ ਨੇ, ਮਮਤਾ ਬੈਨਰਜੀ ਵੀ ਆਪਣੇ ਆਪ ਨੂੰ ਕੌਮੀ ਨੇਤਾ ਵਜੋਂ ਸਥਾਪਿਤ ਕਰਨ ਲਈ ਪਹਿਲਾਂ ਯਤਨ ਕਰ ਹੀ ਚੁੱਕੇ ਆ, ਤੇ ਕੇਜਰੀਵਾਲ ਸਾਹਿਬ ਸਾਰੀਆਂ ਸਟੇਟਾਂ 'ਚ ਜਾ ਹੀ ਰਹੇ ਆ। ਇਹਨੂੰ ਜ਼ਰਾ ਹਲਕਾ ਜਿਹਾ ਟੱਚ ਦਿਓ। ਰੰਧਾਵਾ ਜੀ, ਪਿਛਲੇ ਦਿਨਾਂ ਪ੍ਰਧਾਨ ਮੰਤਰੀ ਜਦ ਪਾਰਲੀਮੈਂਟ 'ਚ ਬੋਲ ਰਹੇ ਸੀਗੇ ਤੇ ਉਹ ਕਹਿੰਦੇ ਵੀ ਉਦਾਂ ਤੇ ਇਹ ਜਿਹੜੀ ਆਪੋਜੀਸ਼ਨ ਪਾਰਟੀ ਕਦੀ ਇਕੱਠੀ ਨਹੀਂ ਹੋ ਸਕਦੀ ਸੀ, ਪਰ ਈਡੀ ਤੇ ਸੀਬੀਆਈ ਨੇ ਇਹਨਾਂ ਨੂੰ ਇਕੱਠੇ ਕਰਤਾ। ਇਹ ਗੱਲ ਇਸ ਚਿੱਠੀ ਦੇ ਵਿੱਚ ਵੀ ਸਾਹਮਣੇ ਆਈ। ਹੁਣ ਤਕਰੀਬਨ ਇਹ ਗੱਲਬਾਤ ਬਣ ਗਈ ਹੈ, ਕਿਉਂਕਿ ਅਗਰ ਤੁਸੀਂ ਉਸ ਚਿੱਠੀ ਦੇ ਵਿੱਚ ਜਿਹੜੇ ਸਿਗਨੇਟਰੀ ਦੇਖੋ, ਭਗਵੰਤ ਮਾਨ, ਕੇਜਰੀਵਾਲ, ਚਲੋ ਉਹ ਤੇ ਮੁੱਦਾ ਹੀ ਸਿਸੋਦੀਆ ਦਾ ਹੋਣਾ ਹੈ, ਉਹਨਾਂ ਨੂੰ ਤੇ ਇਹ ਚਿੱਠੀ ਦੇ ਵਿੱਚ ਸਾਈਨ ਕਰਨੇ ਹੀ ਸੀਗੇ। ਉਸ ਤੋਂ ਇਲਾਵਾ ਤੇਜਸਵੀ ਯਾਦਵ, ਅਖਿਲੇਸ਼ ਯਾਦਵ, ਕੇ ਚੰਦਰਸ਼ੇਖਰ ਰਾਓ, टीएमसी ਦੀ ਮਮਤਾ ਬੈਨਰਜੀ, ਫਾਰੂਕ ਅਬਦੁੱਲਾ, ਸ਼ਰਦ ਪਵਾਰ, ਸ਼ਿਵ ਸੈਨਾ ਦੇ ਉਧਵ ਠਾਕਰੇ। ਹੁਣ ਰਹਿ ਕਿਹੜੇ ਗਏ? ਤੁਸੀਂ ਹੁਣੇ ਗੱਲ ਕਰਕੇ ਹਟਿਓ, ਕਾਂਗਰਸ ਰਹਿ ਗਈ ਇਹਦੇ ਵਿੱਚ, ਡੀਐਮਕੇ ਰਹਿ ਗਈ ਤੇ ਨਾਲ ਦੇ ਨਾਲ ਲੈਫਟ ਪਾਰਟੀਆਂ ਰਹਿ ਗਈ। ਜੇ ਇਹ ਤਿੰਨ ਵੀ ਇਸ ਰਾਜਨੀਤਿਕ ਟਰੈਕਟਰ ਟਰਾਲੀ ਦੇ ਵਿੱਚ ਸਵਾਰ ਹੋ ਜਾਂਦੇ ਤੇ ਮੈਨੂੰ ਲੱਗਦਾ ਸੀਗਾ ਜਿਸ ਗੱਲ ਦੀ ਕਵਾਇਦ ਨਿਤੀਸ਼ ਕੁਮਾਰ ਕਾਫੀ ਟਾਈਮ ਤੋਂ ਕਰ ਰਹੇ ਸੀਗੇ, ਉਹ ਗੱਲ ਬਣ ਜਾਣੀ ਸੀਗੀ। ਹੁਣ ਭਾਵੇਂ ਇਹਨੂੰ ਸਿਸੋਦੀਆ ਦੇ ਉੱਤੇ ਇੱਕ ਰੋਸ਼ ਜਾਂ ਸਿਸੋਦੀਆ ਉਹਨਾਂ ਦੀ ਅਰੈਸਟ ਦੇ ਉੱਤੇ ਇੱਕ ਵਿਰੋਧ ਦੇ ਤੌਰ ਤੇ ਦੇਖੀਏ, ਪਰ ਦੂਜੇ ਪਾਸੇ ਇਹ ਆਪਣੇ ਆਪ ਵਿੱਚ 2024 ਤੋਂ ਪਹਿਲੇ ਸਭ ਤੋਂ ਵੱਡੇ ਅਟੈਂਪਟ ਦੇ ਤੌਰ ਤੇ ਵੀ ਦੇਖਿਆ ਜਾ ਸਕਦਾ ਹੈ, ਜਦ ਵੱਡੀ ਪੋਲੀਟੀਕਲ ਪਾਰਟੀਆਂ ਹੁਣ ਜਿਹੜੀ ਬਚੀ ਹੋਈ ਪਾਰਟੀ ਹੈ ਉਹ ਬੜੀ ਛੋਟੀ ਛੋਟੀ ਜਿਹੀ ਪਾਰਟੀ ਹੈ, ਜਿੱਦਾਂ ਚੌਟਾਲਾ ਸਾਹਿਬ ਦੀ ਰਹਿ ਗਈ ਜਾਂ ਹੋਰ ਕਿਸੇ ਸੂਬੇ ਦੇ ਵਿੱਚ ਛੋਟੀ ਵੱਡੀ ਪਾਰਟੀ ਰਹਿ ਗਈ ਹੋਏ, ਵੱਡੇ ਲੋਕਾਂ ਦਾ ਤਕਰੀਬਨ ਇੱਕ ਜਗ੍ਹਾ ਤੇ ਇਕੱਠੇ ਹੋਣਾ, ਉਹਦੀ 75% ਕਵਾਇਦ ਇਸ ਚਿੱਠੀ ਦੇ ਰਾਹੀਂ ਨਜ਼ਰ ਆ ਰਹੀ ਹੈ ਕਿ ਅੱਗੇ ਚੱਲ ਕੇ ਇਕੱਠੇ ਹੋ ਸਕਦੇ ਨੇ। ਸਿਸੋਦੀਆ ਉਹਨਾਂ ਦੇ ਮੁੱਦੇ ਦੇ ਉੱਤੇ ਮੋਦੀ ਸਾਹਿਬ ਦਾ ਜਾਂ ਕੇਂਦਰੀ ਏਜੰਸੀਆਂ ਦਾ ਕਿੰਨਾ ਕੁ ਦਿਲ ਪਿਘਲਦਾ ਹੈ ਇਹ ਤੇ ਨਹੀਂ ਪਤਾ, ਪਰ ਹਾਂ ਆ ਜਿਹੜੀ ਇਕੱਠਾਪਨ ਜਿਹਾ ਹੋ ਰਿਹਾ ਨਾ, ਉਹਦੇ ਤੋਂ ਜ਼ਰੂਰ ਹੁਣ ਭਾਜਪਾ ਨੂੰ ਜਾਂ ਕੇਂਦਰ ਸਰਕਾਰ ਨੂੰ ਇੱਕ ਨਵੀਂ ਸਟ੍ਰੈਟਜੀ ਬਣਾਉਣੀ ਪਈ। ਮੁੱਦਾ ਤੇ ਟਾਈਮਿੰਗ ਅਤੈਮ ਆ, ਮੁੱਦਾ ਗਲਤ ਚੁਣਿਆ ਗਿਆ। ਜੇ ਕੋਈ ਇਹ ਸਿਆਸੀ ਕਵਾਇਦ ਆ ਤੇ ਮੁੱਦਾ ਗਲਤ ਲਿਆ ਗਿਆ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਕਿੰਨੀ ਕੁ ਜ਼ਿਆਦਾ ਦਿਲ ਪਿਘਲਣ ਵਾਲੀ, ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਜਾਣੇ ਅਣਜਾਣੇ ਚ ਮਨੀਸ਼ ਸਿਸੋਦੀਆ ਦਾ ਨੁਕਸਾਨ ਵੀ ਕਰ ਰਿਹਾ। ਇਹ ਸਰਕਾਰ ਚਾਹੂਗੀ ਕਿ ਹੁਣ ਲੌਜੀਕਲ ਐਂਡ ਤੱਕ ਲੈ ਕੇ ਜਾਇਆ ਜਾਵੇ ਜਲਦੀ ਤੋਂ ਜਲਦੀ, ਵੀ ਜਿਸ ਮੁੱਦੇ ਤੇ ਇਹ ਸਾਨੂੰ ਕਟਹਿਰੇ 'ਚ ਖੜਾ ਕਰਦੇ ਸੀ ਉਹਦੇ ਵਿੱਚ ਆ ਪਿਆ ਜੇ। ਇਹ ਮੈਨੂੰ ਲੱਗਦਾ ਮਨੀਸ਼ ਸਿਸੋਦੀਆ ਤੇ ਕੇਜਰੀਵਾਲ ਨੂੰ ਮਹਿੰਗਾ ਵੀ ਪੈਣ ਵਾਲਾ। ਪਰ ਹਾਂ, ਇੱਥੇ ਸਭ ਤੋਂ ਵੱਡਾ ਸੰਕਟ ਹੈ ਕਿ ਇੱਕ ਦੂਜੇ ਨੂੰ ਕੌਣ ਮੰਨੂਗਾ, ਇਹ ਵੱਡਾ ਸਵਾਲ ਹੈ ਜੀ।
ਇੰਦਰਪ੍ਰੀਤ। ਮੈਂ ਇਹ ਕਹਿ ਰਿਹਾ ਸੀਗਾ ਕਿ ਮੈਨੂੰ ਲੱਗਦਾ ਕਿ ਇਹ ਭਾਰਤੀ ਜਨਤਾ ਪਾਰਟੀ ਨੂੰ ਭਾਸਕਰ ਸਾਹਿਬ ਸੂਟ ਵੀ ਕਰਦਾ ਹੈਗਾ ਇਹ ਇਸ਼ੂ, ਕਿਉਂਕਿ ਦੇਖੋ ਉਹ ਉਦੋਂ ਤੱਕ ਜਿੱਤਦੇ ਆ ਜਦੋਂ ਤੱਕ ਵਿਪਕਸ਼ ਦਾ ਬਿਖਰਾਓ ਹੁੰਦਾ। ਜੇ ਬਹੁਤ ਬਿਖਰੀ ਰਹੇਗੀ ਵਿਰੋਧੀ ਧਿਰ ਤਾਂ ਉਹਨਾਂ ਨੂੰ ਫਾਇਦਾ ਹੀ ਹੁੰਦਾ। ਜੇ ਹੁਣ ਵੀ ਦੋ ਧਿਰਾਂ ਬਣਨਗੀਆਂ, ਚਾਹੇ ਜਿਵੇਂ ਕਾਂਗਰਸ ਲੀਡ ਕਰ ਰਹੀ ਹੋਵੇ ਕਿਸੇ ਨੂੰ ਤੇ ਦੂਜੇ ਨੂੰ ਆਮ ਆਦਮੀ ਪਾਰਟੀ ਲੀਡ ਕਰ ਰਹੀ ਹੋਵੇ, ਤਾਂ ਮੈਨੂੰ ਲੱਗਦਾ ਕਿ ਉਹਦਾ ਕੁੱਲ ਮਿਲਾ ਕੇ ਜਿਹੜਾ ਫਾਇਦਾ ਹੈ ਫਿਰ ਭਾਜਪਾ ਨੂੰ ਹੀ ਹੋਏਗਾ। ਇਹ ਵੀ ਇੱਕ ਸਟ੍ਰੈਟਜੀ ਵੀ ਹੋ ਸਕਦੀ ਹੈ ਭਾਜਪਾ ਦੀ। ਭਾਸਕਰ ਸਾਹਿਬ, ਇਹ ਖਬਰ ਜ਼ਰੂਰ ਤੁਸੀਂ ਲੈ ਲਓ, ਕਿਉਂਕਿ ਮਨਸੁਖ ਮਾਂਡਵੀਆ ਵਾਲੀ ਇੰਦਰਪ੍ਰੀਤ ਜੀ ਉਹਨਾਂ ਚਿਰ ਸੋਚ ਲੈਂਦੇ ਜਰਾ, ਇੱਥੇ ਕਾਫੀ ਕੁਝ ਹੋਈਆਂ ਗੱਲਾਂ। ਮੈਂ ਚਾਹੁੰਦਾ ਕਿ ਰਾਜਾ ਵੜਿੰਗ ਸਾਹਿਬ ਦੀ ਧਰਮ ਸੁਪਤਨੀ ਬਠਿੰਡਿਓਂ, ਸਿੱਧੂ ਸਾਹਿਬ ਦੀ ਧਰਮ ਸੁਪਤਨੀ ਆਪਣਾ ਪਟਿਆਲਿਓਂ, ਤੇ ਫਿਰ ਦੇਖੋ ਬੁਰੀ ਗੱਲ ਕੀ ਆ, ਪ੍ਰਤਾਪ ਸਿੰਘ ਬਾਜਵਾ ਦੀ ਧਰਮ ਸੁਪਤਨੀ ਚਰਨਜੀਤ ਕੌਰ ਵੀ ਵਿਧਾਨ ਸਭਾ 'ਚ ਰਹਿ ਆਏ ਨੇ, ਫਿਰ ਉਹਨਾਂ ਨੂੰ ਗੁਰਦਾਸਪੁਰੋਂ ਤੋਰ ਲਓ। ਸਾਰੇ ਲੀਡਰ ਜਿਹੜੇ ਆ ਆਪਣੀਆਂ ਪਤਨੀਆਂ ਨੂੰ, ਨਾਲੇ ਮੁਸ਼ਕਲ ਹੋ ਜਾਂਦੀ ਆ ਤੇ ਇਹ ਸਾਰਿਆਂ ਨੂੰ ਦੋ ਦੋ ਹਲਕੇ ਸੌਖਾ ਵੀ ਹੋ ਜਾਂਦਾ। ਕੀ ਕਹਿੰਦੇ ਹੋ? ਦੇਖੋ, ਜਿੱਥੇ ਤੱਕ ਕਾਂਗਰਸ ਦੀ ਗੱਲ ਹੈਗੀ ਹੈ, ਤੁਸੀਂ ਬਿਲਕੁਲ ਠੀਕ ਹੈ। ਤਿੰਨ ਬੀਬੀਆਂ ਅੱਜ ਦੀ ਡੇਟ 'ਚ ਐਕਟਿਵ ਹੈਗੀਆਂ। ਬਠਿੰਡੇ ਦੇ ਵਿੱਚ ਰਾਜਾ ਵੜਿੰਗ ਉਹਨਾਂ ਦੀ ਵੀ ਵੋਟੀ ਕਹੀਏ, ਬੀਬੀ ਕਹੀਏ, ਅੰਮ੍ਰਿਤਾ ਵੜਿੰਗ, ਉਹ ਪਿਛਲੇ ਦਿਨਾਂ ਦੇ ਵਿੱਚ ਹੱਥ ਤੋਂ ਹੱਥ ਜੋੜੋ ਕੈਂਪੇਨ ਬਠਿੰਡੇ ਦੇ ਵਿੱਚ ਚੱਲ ਰਹੀ ਹੈ। ਉਹਦੇ ਵਿੱਚ ਬੜਾ ਗਰਮਜੋਸ਼ੀ ਨਾਲ ਉਹਨਾਂ ਸਾਰੇ ਫੰਕਸ਼ਨ ਕਹਿ ਲਓ, ਈਵੈਂਟ ਕਹਿ ਲਓ, ਉਹਦੇ ਵਿੱਚ ਪਾਰਟਿਸਿਪੇਟ ਕਰ ਰਹੀ ਹੈ। ਔਰ ਲੋਕਾਂ ਦੇ ਵਿੱਚ ਇਹ ਗੱਲ ਸਿੱਧੇ ਤੌਰ ਤੇ ਜਾ ਰਹੀ ਹੈ ਕਿ 2024 ਦੇ ਵਿੱਚ ਜਦ ਬਠਿੰਡੇ ਦੇ ਵਿੱਚ ਇਲੈਕਸ਼ਨ ਹੋਣਗੇ ਤੇ ਕਾਂਗਰਸ ਦੀ ਕੈਂਡੀਡੇਟ ਅੰਮ੍ਰਿਤਾ ਵੜਿੰਗ ਉਹਨਾਂ ਹੋਣਗੇ। ਤਿਆਰੀ ਵੀ ਤਕਰੀਬਨ ਇਹੀ ਕਹਿ ਰਹੀ ਹੈ। ਦੂਜੀ ਬੀਬੀ ਦਾ ਜ਼ਿਕਰ ਕਰੀਏ ਤੇ ਬੀਬੀ ਨਵਜੋਤ ਕੌਰ ਸਿੱਧੂ, ਉਹਨਾਂ ਨੇ ਤੇ ਪਿਛਲੇ ਦਿਨਾਂ ਦੇ ਵਿੱਚ ਕਹਿ ਹੀ ਦਿੱਤਾ, ਬਿਆਨ ਹੀ ਦੇ ਦਿੱਤਾ ਕਿ ਜੇ ਮੈਨੂੰ ਪਾਰਟੀ ਪਟਿਆਲੇ ਤੋਂ ਟਿਕਟ ਦੇਗੀ ਤੇ ਮੈਂ ਲੜਨ ਵਾਸਤੇ ਤਿਆਰ ਹਾਂ। ਜਦ ਇਹ ਗੱਲ ਕਹੀ ਜਾਂਦੀ ਹੈ ਵੀ ਜੇ ਦੇਗੀ, ਇਹਦਾ ਮਤਲਬ ਤੁਸੀਂ ਟਿਕਟ ਮੰਗ ਵੀ ਰਹੇ ਹੋ ਔਰ ਸ਼ਾਇਦ ਤੁਹਾਡੀ ਕੋਈ ਗੱਲਬਾਤ ਉੱਥੇ ਬਣੀ ਵੀ ਹੋਏ। ਉੱਥੋਂ ਅਗਰ ਬੀਬੀ ਨਵਜੋਤ ਕੌਰ ਸਿੱਧੂ ਉਹਨਾਂ ਦੀ ਲੜਾਈ ਅਗਰ ਸਿੱਧਾ ਹੁਣ ਕੈਪਟਨ ਸਾਹਿਬ ਦੀ ਪਤਨੀ ਪ੍ਰਨੀਤ ਕੌਰ ਉਹਨਾਂ ਦੇ ਨਾਲ ਹੁੰਦੀ ਹੈ ਤੇ ਇਹ ਬੜੀ ਇੰਟਰਸਟਿੰਗ ਜੀ ਫਾਈਟ ਹੋਏਗੀ। ਤੀਜੀ ਅਗਰ ਤੁਸੀਂ ਬੀਬੀ ਦਾ ਜ਼ਿਕਰ ਕੀਤਾ ਹੈ ਤੇ ਉਹ ਜਲੰਧਰ ਦੀ ਗੱਲ ਹੈਗੀ ਹੈ। ਮਹਿਰੂਮ ਜਿਹੜੇ ਸੰਤੋਖ ਸਿੰਘ ਚੌਧਰੀ ਉਹਨਾਂ ਦੀ ਪਤਨੀ ਕਰਮਜੀਤ ਕੌਰ ਉਹਨਾਂ, ਪਿਛਲੇ ਦਿਨਾਂ ਦੇ ਵਿੱਚ ਛੱਤੀਸਗੜ੍ਹ ਦੇ ਵਿੱਚ ਕਾਂਗਰਸ ਦਾ ਅਧਿਵੇਸ਼ਨ ਸੀਗਾ। ਉਸ ਅਧਿਵੇਸ਼ਨ ਤੋਂ ਜਦ ਤੋਂ ਵਿਕਰਮ ਸਿੰਘ ਚੌਧਰੀ ਆਏ ਨੇ, ਉਹਨਾਂ ਨੇ ਇੱਥੇ ਕੈਂਪੇਨ ਸ਼ੁਰੂ ਕਰ ਦਿੱਤਾ ਜਲੰਧਰ ਦੇ ਵਿੱਚ। ਔਰ ਕੈਂਪੇਨ ਹਾਲਾਂਕਿ ਉਹਨਾਂ ਨੇ ਫਿਲੌਰ ਸੈਗਮੈਂਟ ਤੋਂ ਸ਼ੁਰੂ ਕੀਤਾ ਹੈ, ਪਰ ਇਹ ਗੱਲ ਤੈਅ ਮੰਨੀ ਜਾ ਰਹੀ ਹੈ ਕਿ ਇਹ ਟਿਕਟ ਚੌਧਰੀ ਪਰਿਵਾਰ ਨੂੰ ਜਾਏਗੀ। ਔਰ ਪ੍ਰਿੰਸੀਪਲ ਰਹਿ ਚੁੱਕੇ ਨੇ ਕਰਮਜੀਤ ਕੌਰ ਉਹਨਾਂ, ਔਰ ਆਪਣੀ ਕੈਂਪੇਨ ਉਹ ਸ਼ੁਰੂ ਕਰ ਚੁੱਕੇ ਨੇ। ਹਾਲਾਂਕਿ ਆਪਾਂ ਬੀਬੀਆਂ ਦੀ ਤਰਜ਼ ਦੇ ਵਿੱਚ ਜਾਈਏ ਤੇ ਹੋਰ ਕਈ ਸਾਰੀ ਬੀਬੀਆਂ ਇਦਾਂ ਦੀ ਹੈਗੀ ਹੈ। ਸੰਗਰੂਰ ਤੋਂ ਦਲਵੀਰ ਗੋਲਡੀ ਦੀ ਧਰਮ ਸੁਪਤਨੀ, ਮੇਰਾ ਖਿਆਲ ਉਹ ਵੀ ਤੁਹਾਨੂੰ ਯਾਦ ਹੈ ਰਾਹੁਲ ਗਾਂਧੀ ਔਰ ਪ੍ਰਿਯੰਕਾ ਦੀ ਹਾਜ਼ਰੀ 'ਚ ਜਿਹੜੀ ਧਮਾਕੇਦਾਰ ਸਪੀਚ ਜਾਂ ਮੰਚ ਦਾ ਸੰਚਾਲਨ ਕੀਤਾ ਸੀ। ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਸੀ ਕਿ ਲੜਨਾ ਤੇ ਇਹਨਾਂ ਨੂੰ ਚਾਹੀਦਾ। ਮੇਰੇ ਖਿਆਲ ਉਹ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਇਹ ਉਹਨਾਂ 'ਚ ਕੈਪੈਸਿਟੀ ਦੇਖੀ ਸੀ। ਇਹ ਵੀ ਕੁਝ ਹੋਰ ਵੀ ਹੋਣਗੇ ਨਾ? ਨਹੀਂ, ਕਈ ਸਾਰੇ ਨਾਮ ਹੈਗੇ ਆ। ਔਰ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਜਦ ਤੋਂ ਭਾਰਤ ਭੂਸ਼ਣ ਆਸ਼ੂ ਹੋਣਾ ਜੇਲ੍ਹ ਗਏ ਨੇ ਤੇ ਉਹਨਾਂ ਦੀ ਪਤਨੀ ਮਮਤਾ ਆਸ਼ੂ ਉਹਨਾਂ ਨੇ ਮੋਰਚਾ ਸੰਭਾਲਿਆ ਹੋਇਆ ਭਾਰਤ ਜੋੜੋ ਯਾਤਰਾ ਦੇ ਵਿੱਚ। ਉਹ तमाम ਸਟੇਜ ਜਿੰਨੀ ਵੀ ਸਜਾਈ ਗਈ ਸੀ ਲੁਧਿਆਣੇ ਦੇ ਵਿੱਚ, ਉੱਥੇ ਮਮਤਾ ਆਸ਼ੂ ਉਹਨਾਂ ਨੂੰ ਸਪੈਸ਼ਲ ਤੌਰ ਤੇ ਇੱਕ ਅਟੈਂਸ਼ਨ ਦਿੱਤੀ ਗਈ ਸੀ। ਯਾਨੀ ਬੀਬੀਆਂ ਕਾਂਗਰਸ ਦੇ ਵਿੱਚ ਜਾਂ ਹੋਰ ਪੋਲੀਟੀਕਲ ਪਾਰਟੀਆਂ ਦੇ ਵਿੱਚ ਐਕਟਿਵ ਹੈਗੀਆਂ। ਇੱਥੇ ਤੱਕ ਕਿ ਪਿਛਲੇ 2-3 ਦਿਨਾਂ ਦੇ ਵਿੱਚ ਹਰਸਿਮਰਤ ਕੌਰ ਬਾਦਲ ਉਹਨਾਂ ਦਾ ਜਲੰਧਰ ਦਾ ਇੱਕ ਤੂਫਾਨੀ ਦੌਰਾ, ਜਿਹਨੂੰ ਆਪਾਂ ਪੋਲੀਟੀਕਲ ਐਕਟੀਵਿਟੀਜ਼ ਨੂੰ ਤੇਜ਼ ਕਰਨ ਵਾਲੀ ਗੱਲ ਕਹੀਏ, ਉਹ ਵੀ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤੇ ਸਾਰੀ ਬੀਬੀਆਂ ਐਕਟਿਵ ਹੈਗੀ ਹੈ। ਹੁਣ ਉਹਨਾਂ ਬੀਬੀਆਂ ਨੂੰ ਵਿੱਚੋਂ ਕਿੰਨੀ ਇਲੈਕਸ਼ਨ ਲੜਦੀਆਂ ਜਾਂ ਫਿਰ ਆਪਣੇ ਪਤੀ ਦੀ ਸਪੋਰਟ ਦੇ ਵਿੱਚ ਖੜੀ ਨਜ਼ਰ ਆਉਂਦੀ ਹੈ, ਇਹ ਤਾਂ ਖੈਰ ਬਾਅਦ ਚੋਂ ਪਤਾ ਲੱਗੇਗਾ। ਪਰ ਹਾਂ, ਬਠਿੰਡੇ ਵਾਲੀ ਸਾਈਡ ਤੇ ਪਟਿਆਲੇ ਵਾਲੀ ਸਾਈਡ ਤੇ ਜਲੰਧਰ ਵਾਲੀ ਸਾਈਡ, ਜਿਨ੍ਹਾਂ ਤਿੰਨ ਬੀਬੀਆਂ ਦਾ ਤੁਸੀਂ ਨਾਂ ਲਿਆ ਜਾਂ ਗੱਲ ਕੀਤੀ ਹੈ, ਉਹ ਜ਼ਰੂਰ ਇਲੈਕਸ਼ਨ ਲੜਨ ਵਾਸਤੇ ਪੂਰੇ ਤਰੀਕੇ ਨਾਲ ਤਿਆਰ ਨੇ। ਨਾਲੇ ਇਹਦੇ ਨਾਲ ਇੱਕ ਹੋਰ ਫਾਇਦਾ ਹੋ ਜੂ, ਜਿਹੜਾ ਇਹ 50% ਔਰਤਾਂ ਨੂੰ ਰਿਜ਼ਰਵੇਸ਼ਨ ਦੀ ਗੱਲ ਕਰਦੇ, ਨਾਲੇ ਪੁੰਨ ਨਾਲੇ ਫਲੀਆਂ, ਆਪਾਂ ਜ਼ਰੂਰ ਇੰਦਰਪ੍ਰੀਤ ਜੀ ਮਨਸੁਖ ਮਾਂਡਵੀਆ ਜਿਹੜੇ ਪੰਜਾਬ 'ਚ ਸੀਗੇ ਉਹਨਾਂ ਦੇ ਬੋਲਾਂ ਨੂੰ ਵਧਾਉਣਾ ਅੱਗੇ, ਕਿਉਂਕਿ ਆਮ ਆਦਮੀ ਕਲੀਨਿਕ ਤੇ ਕੇਂਦਰੀ ਗ੍ਰਾਂਟਾਂ ਇਹ ਰੌਲੇ ਮੁੱਕਦੇ ਥੋੜੀ ਨੇ। ਹੁਣ ਮੈਨੂੰ ਲੱਗਦਾ ਕਿ ਸਰਕਾਰ ਨੇ ਭਾਣਾ ਮੰਨ ਲਿਆ, ਕਹਿੰਦੇ ਤੁਸੀਂ ਜਿਹੜੀ ਗ੍ਰਾਂਟ ਜਿਸ ਕੰਮ ਲਈ ਭੇਜੋਗੇ ਉਹ ਲਾਵਾਂਗੇ, ਪਰ ਫਿਰ ਵੀ ਕੇਂਦਰੀ ਮੰਤਰੀ ਟਲਦੇ ਨਹੀਂ, ਆ ਕੇ ਕਹਿ ਜਾਂਦੇ ਆ ਖਬਰਦਾਰ ਸਾਡੇ ਪੈਸੇ ਨੂੰ ਹੱਥ ਲਾਇਆ ਤਾਂ ਜੀ। ਆਪਾਂ ਪਹਿਲਾਂ ਵੀ ਇੱਕ ਵਾਰੀ ਡਿਸਕਸ ਕੀਤਾ ਸੀਗਾ ਕਿ ਸਵਾਲ ਤਾਂ ਫੋਟੋ ਦਾ ਕਿ ਫੋਟੋ ਕਿਹਦੀ ਲੱਗੇ। ਉਹ ਕਹਿੰਦੇ ਪੈਸੇ ਅਸੀਂ ਜ਼ਿਆਦਾ ਦਿੰਨੇ ਆ ਤੇ ਫੋਟੋ ਤੁਸੀਂ ਆਪਣੀ ਲਵਾਈ ਜਾ ਰਹੇ ਹੋ, ਇਹ ਨਹੀਂ ਚੱਲੇਗਾ, ਉੱਥੇ ਮੋਦੀ ਸਾਹਿਬ ਦੀ ਫੋਟੋ ਲਗਾਓ। ਸੋ ਮੈਨੂੰ ਲੱਗਦਾ ਕਿ ਸ਼ਾਇਦ ਇਹਦੇ ਉੱਤੇ ਨਾ ਜਾਂ ਤਾਂ
ਕੋਰਟਾਂ ਨੂੰ ਹੀ ਕੋਈ ਆਰਡਰ ਕਰ ਦੇਣਾ ਚਾਹੀਦਾ ਯਾਰ ਵੀ ਫੋਟੋ ਕਿਸੇ ਦੀ ਵੀ ਨਹੀਂ ਲੱਗੇਗੀ, ਚਾਹੇ ਉਹ ਸੈਂਟਰ ਦੀ ਹੋਵੇ ਚਾਹੇ ਸਟੇਟ ਦੀ ਹੋਵੇ। ਕਿਉਂਕਿ ਮੈਂ ਇਸ ਕਰਕੇ ਇਹ ਕਹਿ ਰਿਹਾ, ਸੈਂਟਰ ਜਿਹਨੂੰ ਪੈਸਾ ਆਪਣਾ ਮੰਨਦਾ ਹੈ ਕਿ ਇਹ ਸਾਡਾ ਪੈਸਾ ਹੈ, ਉਹਨਾਂ ਦਾ ਤਾਂ ਕੋਈ ਹੈ ਨਹੀਂ, ਕਿਉਂਕਿ ਉੱਥੇ ਤਾਂ ਸਿਰਫ ਨੋਟ ਛਾਪਣ ਦਾ ਤਾਂ ਹੋਏਗਾ, ਲੇਕਿਨ ਉਹ ਤਾਂ ਇੱਕ ਸੀਮਿਤ ਦਾਇਰਾ ਹੈ। ਮੇਨ ਪੈਸਾ ਤਾਂ ਸਾਰਾ ਸਟੇਟਾਂ ਚੋਂ ਹੀ ਇਕੱਠਾ ਹੁੰਦਾ ਹੈ। ਠੀਕ ਹੈ ਕਿ ਤੁਸੀਂ, ਕਿਉਂਕਿ ਸੈਂਟਰ ਇਸ ਟਾਈਮ ਜ਼ੋਰ ਦੇ ਵਿੱਚ ਹੈ ਤਾਂ ਉਹ ਜ਼ਿਆਦਾ ਹਿੱਸਾ ਆਪਣੇ ਕੋਲੇ ਰੱਖ ਲੈਂਦਾ, ਸਟੇਟਾਂ ਨੂੰ ਤਾਂ ਬਹੁਤ ਥੋੜਾ ਹਿੱਸਾ ਮਿਲਦਾ ਹੈ। ਪਰ ਬਹੁਤ ਸਾਰੀਆਂ ਸਟੇਟਾਂ ਦੀ ਇਹ ਡਿਮਾਂਡ ਹੈ ਔਰ ਕਾਫੀ ਚਿਰ ਤੋਂ ਡਿਮਾਂਡ ਹੈ ਕਿ ਸਾਨੂੰ ਟਾਈਡ ਫੰਡ ਨਾ ਦਿੱਤੇ ਜਾਣ। ਅਸੀਂ ਜਿੰਨਾ ਸਾਡਾ ਹਿੱਸਾ ਬਣਦਾ ਕੁੱਲ ਟੋਟਲ ਉਹਨਾਂ ਯੋਜਨਾਵਾਂ ਦਾ, ਸਾਨੂੰ ਉਹ ਇੱਕ ਮੁਸ਼ਤ ਦਿੱਤਾ ਜਾਏ ਤੇ ਅਸੀਂ ਉਹਨੂੰ ਜਿੱਥੇ ਮਰਜ਼ੀ ਲਗਾਈਏ। ਦੇਖੋ ਸਾਡੀਆਂ ਜ਼ਰੂਰਤਾਂ ਹੋਰ ਹੋ ਸਕਦੀਆਂ ਨੇ, ਉੜੀਸਾ ਦੀਆਂ ਜ਼ਰੂਰਤਾਂ ਹੋਰ ਹੋ ਸਕਦੀਆਂ ਨੇ, ਵੈਸਟ ਬੰਗਾਲ ਦੀਆਂ ਜ਼ਰੂਰਤਾਂ ਹੋਰ ਹੋ ਸਕਦੀਆਂ ਨੇ, ਗੁਜਰਾਤ ਦੀਆਂ ਹੋਰ ਹੋ ਸਕਦੀਆਂ ਨੇ। ਅਸੀਂ ਸਾਰਿਆਂ ਨੂੰ ਇੱਕੋ ਹੀ ਮਤਲਬ ਰੱਸੇ ਨਾਲ ਬੰਨ੍ਹ ਦਈਏ, ਇਹ ਮੈਨੂੰ ਲੱਗਦਾ ਠੀਕ ਗੱਲ ਨਹੀਂ ਹੈਗੀ। ਅਨਟਾਈਡ ਫੰਡ ਹੀ ਸਟੇਟਾਂ ਨੂੰ ਪ੍ਰੋਵਾਈਡ ਕਰਵਾਉਣੇ ਚਾਹੀਦੇ ਹੈ ਤਾਂ ਕਿ ਉਹ ਆਪਣੀ ਜ਼ਰੂਰਤ ਦੇ ਅਨੁਸਾਰ ਖਰਚ ਕਰਨ। ਤੇ ਇੱਥੇ ਉਹ ਇਹ ਵੀ ਖਤਮ ਹੋ ਜਾਏਗਾ ਫਿਰ ਕਿ ਬਈ ਫੋਟੋ ਕਿਹਦੀ ਲੱਗਣੀ ਹੈ, ਉਹ ਫੋਟੋ ਕਿਸੇ ਜਿਹਦੀ ਵੀ ਉਹਦੀ ਹੈਗੀ ਹੈ ਸਰਕਾਰ, ਉਹਦੇ ਮੁੱਖ ਮੰਤਰੀ ਦੀ ਫੋਟੋ ਲੱਗੇ, ਬਸ ਗੱਲ ਖਤਮ। ਇਹਦੇ ਚ ਜਿਹੜਾ ਇਹ ਲੜਾਈ ਹੁੰਦੀ ਹੈ ਨਾ, ਇਹਦੇ ਚ ਨੁਕਸਾਨ ਮੋਦੀ ਸਾਹਿਬ ਦਾ ਜਾਂ ਮੁੱਖ ਮੰਤਰੀ ਸਾਹਿਬ ਦਾ ਨਹੀਂ ਹੋਣਾ, ਇਹਦੇ ਚ ਨੁਕਸਾਨ ਆਮ ਲੋਕਾਂ ਦਾ ਹੋਣਾ ਹੈ। ਜੇ ਵੈਲਨੈਸ ਸੈਂਟਰ ਬਣਨ ਚਾਹੇ ਮੁਹੱਲਾ ਕਲੀਨਿਕ ਬਣਨ, ਉਹਦੇ ਵਿੱਚ ਆਮ ਲੋਕਾਂ ਨੇ, ਉਹਨਾਂ ਲੋਕਾਂ ਨੇ ਜਾਣਾ ਹੈ ਜਿਨ੍ਹਾਂ ਦੀ ਪਹੁੰਚ ਵੱਡੇ ਪ੍ਰਾਈਵੇਟ ਹਸਪਤਾਲਾਂ ਤੱਕ ਨਹੀਂ ਹੁੰਦੀ। ਤੇ ਜੇ ਇਹ ਬੰਦ ਹੋ ਗਏ ਜਾਂ ਇਹ ਪ੍ਰਭਾਵਿਤ ਹੁੰਦੇ ਹੈ ਤਾਂ ਮੈਨੂੰ ਲੱਗਦਾ ਕਿ ਉਹੀ ਲੋਕ ਜਿਹੜੇ ਹੈ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ ਜਿਨ੍ਹਾਂ ਨੂੰ ਐਕਚੁਅਲੀ ਇਹਨਾਂ ਦੀ ਲੋੜ ਹੈ। ਗੱਲ ਤਾਂ ਸਰਵਿਸ ਦੀ ਹੈ ਕਿ ਸਰਵਿਸ ਬਿਹਤਰ ਦਿਓ, ਕੌਣ ਪ੍ਰੋਵਾਈਡ ਕਰ ਰਿਹਾ ਮੈਟਰ ਨਹੀਂ ਕਰਦਾ, ਕਿਉਂਕਿ ਪੈਸਾ ਲੋਕਾਂ ਦਾ ਹੈ, ਇਹ ਦੇਸ਼ ਲੋਕਾਂ ਦਾ ਹੈ ਤੇ ਇਹਨੂੰ ਮੈਨੇਜ ਕਰਨ ਲਈ ਕਸਟੋਡੀਅਨ ਦੇ ਰੂਪ 'ਚ ਤੁਹਾਨੂੰ ਲੋਕਤੰਤਰ ਦੇ ਤਹਿਤ ਕੁਝ ਸਮਾਂ ਮਿਲ ਜਾਂਦਾ। ਪਰ ਉਹ ਕਈ ਵਾਰੀ ਇੱਟ ਲਾ ਕੇ ਬਹਿ ਜਾਂਦਾ ਨਾ ਬੰਦਾ, ਉਹ ਇਤਿਹਾਸ ਵੱਲ ਝਾਤੀ ਨਹੀਂ ਮਾਰਦਾ। ਸਾਡੇ ਇੱਧਰ ਗੁਰਦਾਸਪੁਰ ਦੇ ਵਿੱਚ ਕਲਾਨੌਰ ਇੱਕ ਕਸਬਾ ਹੈ ਜਿੱਥੇ ਕਦੇ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਹੋਈ ਸੀ। ਤੇ ਮੈਨੂੰ ਉਹ ਦਿਨ, ਮੈਂ ਇੱਕ ਵਾਰੀ ਫਿਰ ਰਿਪੀਟ ਕਰਾਂ, ਯਾਦ ਹੈ ਇੱਕ ਦਿਨ ਸਵੇਰੇ ਸਵੇਰੇ ਮਰਹੂਮ ਜਗਦੇਵ ਸਿੰਘ ਜੱਸੋਵਾਲ ਮੈਨੂੰ ਨੌਕ ਕਰਦੇ ਆ ਵੀ ਚੱਲ ਉੱਠ ਬਈ ਚੱਲੀਏ। 6 ਵਜੇ ਦਾ ਟਾਈਮ ਸੀ। ਉਸ ਦਿਨ ਕੋਈ ਦਿਨ ਸੀ ਇਹਦੇ ਨਾਲ ਸੰਬੰਧਿਤ, ਉਹ ਕਲਾਨੌਰ ਸਾਨੂੰ ਲੈ ਜਾਂਦੇ, ਨਾਲ ਪੱਤਰਕਾਰ ਵੀ ਸੀ, ਹੋਰ ਕਈ ਲੋਕਾਂ ਦੀ ਟੀਮ ਸੀ। ਉੱਥੇ ਜਾ ਕੇ ਦੇਖਦੇ ਆ ਕਿ ਪਸ਼ੂ ਬੱਝੇ ਹੋਏ ਆ ਔਰ ਉਹ ਪਸ਼ੂਆਂ ਨੇ ਉੱਥੇ ਪੂਰਾ ਗੰਦ ਪਾਇਆ ਹੋਇਆ ਉਹ ਕਬਰ ਤੇ। ਉਹਨਾਂ ਨੂੰ ਪੁੱਛਿਆ ਜਾਂਦਾ ਵੀ ਸਾਨੂੰ ਕਿਉਂ ਲਿਆਏ, ਕਹਿੰਦੇ ਜੀ ਮੈਂ ਰਾਤੀ ਸੋਚਿਆ ਤੁਹਾਨੂੰ ਸਾਰਿਆਂ ਨੂੰ ਦਿਖਾ ਕੇ ਲਿਆਉਣਾ ਹੈ, ਤੁਸੀਂ ਇਹ ਮੈਸੇਜ ਸਪਰੈਡ ਕਰੋ ਵੀ ਜਿੰਨੇ ਇਸ ਵੇਲੇ ਬਾਦਸ਼ਾਹ ਬਣ ਕੇ ਬੈਠੇ ਨਾ ਸਿਆਸਤ ਦੇ ਵਿੱਚ, ਉਹ ਇਸ ਬਾਦਸ਼ਾਹ ਦਾ ਹਾਲ ਦੇਖ ਲੈਣ। ਇਹ ਤਾਜਪੋਸ਼ੀਆਂ, ਇਹ ਕਬਰਾਂ ਏਦਾਂ ਮੁੜ ਕੇ ਰੁਲਦੇ ਨੇ, ਇੱਥੇ ਪਸ਼ੂ ਆਪਣਾ ਫੋਰਸ ਕਰਦੇ ਆ ਔਰ ਤੁਹਾਡੀ ਬਾਦਸ਼ਾਹਤ ਦਾ ਉਹ ਸਮਾਂ ਨਿਸ਼ਚਿਤ ਹੁੰਦਾ ਹੈ। ਭਾਸਕਰ ਸਾਹਿਬ ਆਖਰੀ ਟਿੱਪਣੀ ਦਿਓ, ਗੱਲ ਖਤਮ ਕਰੀਏ। ਜਿਹੜਾ ਬੰਦਾ ਕੁਰਸੀ ਤੇ ਬਹਿ ਜਾਂਦਾ ਉਹਨੂੰ ਲੱਗਦਾ ਹੈ ਕਿ ਸ਼ਾਇਦ ਉਹੀ ਬੰਦਾ ਹੈ, ਆਖਰੀ ਬੰਦਾ ਹੈ ਜਿਹਦੇ ਕੋਲੇ ਤਾਕਤ ਹੈ, ਪਰ ਇਹ ਤਾਕਤ ਸਦੀਵੀ ਕਦੇ ਨਹੀਂ ਰਹੀ ਔਰ ਇਸ ਤਾਕਤ ਨੇ ਕੋਈ ਬਹੁਤ ਜ਼ਿਆਦਾ ਮਿਆਰ ਸਥਾਪਿਤ ਵੀ ਨਹੀਂ ਕੀਤੇ। ਤਾਕਤ ਲੋਕਾਂ ਦੀ ਹੁੰਦੀ ਹੈ ਔਰ ਸਮੇਂ ਦੀ ਹੁੰਦੀ ਹੈ, ਵਕਤ ਬਦਲਣ ਨਾਲ ਸਭ ਕੁਝ ਬਦਲ ਜਾਂਦਾ ਹੈ। ਆਖਰੀ ਟਿੱਪਣੀ। ਦੇਖੋ ਗੱਲ ਤਾਕਤ ਦੀ ਤੇ ਹੁੰਦੀ ਹੈ। ਹੁਣ ਜਿਸ ਤਰ੍ਹਾਂ ਇਹ ਗੱਲ ਕਰ ਰਹੇ ਆ ਕਿ ਵੀ ਕੇਂਦਰੀ ਸਵਾਸਥਯ ਮੰਤਰੀ ਨੇ ਕਿਹਾ ਵੀ ਤੁਸੀਂ ਅਗਰ ਆਯੁਸ਼ਮਾਨ ਭਾਰਤ ਹੈਲਥ ਐਂਡ ਵੈਲਥ ਸੈਂਟਰ ਚੇਂਜ ਕਰਦੇ ਹੋ ਆਮ ਆਦਮੀ ਕਲੀਨਿਕ ਦੇ ਵਿੱਚ ਤੇ ਤੁਹਾਨੂੰ ਇੱਕ ਪੈਸਾ ਨਹੀਂ ਦੇਵਾਂਗੇ। ਗੱਲ ਤੇ ਸਾਰੀ ਪੈਸੇ ਦੀ ਹੈ। 1114 ਕਰੋੜ ਰੁਪਏ ਸੈਂਕਸ਼ਨ ਹੋਏ ਨੇ ਪੰਜਾਬ ਦੇ ਵਿੱਚ, ਹਜੇ 546 ਕਰੋੜ ਆਣੇ ਬਾਕੀ ਹੈ। ਜਦ ਇਹੀ ਦਬਕਾ ਉਹਨਾਂ ਨੇ ਚਿੱਠੀ ਦੇ ਰਾਹੀਂ ਮਾਰਿਆ ਸੀਗਾ ਤੇ ਸੂਬੇ ਦੇ ਵਿੱਚ ਕੁਝ ਇਹਦੇ ਉੱਤੇ ਪੋਲਿਟਿਕਸ ਤੇ ਹੋਈ ਸੀ, ਪਰ ਡਾਕਟਰ ਬਲਬੀਰ ਸਿੰਘ ਸਿੱਧੂ ਜਿਹੜੇ ਪੰਜਾਬ ਦੇ ਹੈਲਥ ਮਿਨਿਸਟਰ ਨੇ, ਕੱਲ ਕਾਨੀ ਚ ਕਹਿਤਾ ਮਾਂਡਵੀਆ ਸਾਹਿਬ ਦੀ, ਅਸੀਂ ਜਿੱਦਾਂ ਤੁਸੀਂ ਕਹਿ ਰਹੇ ਹੋ ਉਦਾਂ ਹੀ ਕਰਾਂਗੇ। ਔਰ ਇਹ ਗੱਲ ਜ਼ੋਰ ਦੇ ਉੱਤੇ ਉਸ ਸਟੇਜ ਤੋਂ ਮਾਂਡਵੀਆ ਸਾਹਿਬ ਨੇ ਵੀ ਕਹਿਤੀ ਕਿ ਮੈਨੂੰ ਮਿਲੇ ਨੇ ਪੰਜਾਬ ਦੇ ਹੈਲਥ ਮਿਨਿਸਟਰ, ਉਹ ਕਹਿੰਦੇ ਨੇ ਛੱਡੋ ਜੀ ਆਪਾਂ ਕੀ ਲੈਣਾ ਦੇਣਾ ਫੋਟੋ ਤੋਂ, ਫੋਟੋ ਦੇਖ ਕੇ ਆਮ ਲੋਕ ਇਲਾਜ ਕਰਾਉਣ ਨਹੀਂ ਜਾਂਦੇ। ਇਹ ਗੱਲ ਬਿਲਕੁਲ ਸਹੀ ਹੈ, ਕਿਉਂਕਿ ਜਦ ਮੁਹੱਲਾ ਕਲੀਨਿਕ ਜਾਂ ਫਿਰ ਵੈਲਨੈਸ ਸੈਂਟਰ ਦੇ ਵਿੱਚ ਜਾਂਦੇ ਨੇ ਲੋਕ ਆਪਣਾ ਇਲਾਜ ਕਰਨ, ਉਹ ਬਾਹਰ ਦੇਖ ਕੇ ਰੁਕ ਕੇ ਇਹ ਨਹੀਂ ਦੇਖਦੇ ਕਿ ਫੋਟੋ ਭਗਵੰਤ ਮਾਨ ਉਹਨਾਂ ਦੀ ਹੈ ਜਾਂ ਫਿਰ ਮੋਦੀ ਉਹਨਾਂ ਦੀ ਹੈਗੀ ਹੈ, ਉਹ ਤੇ ਆਪਣਾ ਇਲਾਜ ਕਰਾ ਕੇ ਚਲੇ ਜਾਂਦੇ ਨੇ। ਇਸ ਮੁੱਦੇ ਦੇ ਉੱਤੇ ਬਹੁਤੀ ਰਾਜਨੀਤੀ ਅੱਗੇ ਨਹੀਂ ਹੋਣੀ ਚਾਹੀਦੀ। ਔਰ ਇਸ ਗੱਲ ਦਾ ਹੀ ਇਸ਼ਾਰਾ ਕੱਲ ਮਾਂਡਵੀਆ ਸਾਹਿਬ ਨੇ ਪਟਿਆਲੇ ਦੇ ਵਿੱਚ ਦੇ ਦਿੱਤਾ ਜੀ। ਮੈਂ ਕਿਉਂਕਿ ਮੇਰੇ ਕੋਲ ਪੁਰਾਣਾ ਰਿਕਾਰਡ ਪਿਆ ਜੱਸੋਵਾਲ ਸਾਹਿਬ ਨੂੰ, ਨਾਲੇ ਯਾਦ ਆਪਾਂ ਕਰ ਲਿਆ। ਐਗਜ਼ੈਕਟ ਸ਼ਬਦ ਉਹਨਾਂ ਦੇ ਇਹ ਸੀਗੇ ਕਿ ਮੈਂ ਹਕੂਮਤ ਦੇ ਨਸ਼ੇ ਦੇ ਵਿੱਚ ਚੂਰ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਕਦੇ ਇਸ ਬਾਦਸ਼ਾਹ ਦਾ ਸੂਰਜ ਨਹੀਂ ਸੀ ਡੁੱਬਦਾ, ਇਹਦੀ ਸੱਤਾ ਦਾ,
ਤੇ ਇਹੀ ਹਾਲ ਸਾਰਿਆਂ ਨਾਲ ਹੁੰਦਾ ਹੈ। ਅੱਜ ਕੋਈ ਦੀਵਾ ਜਗਾਉਣ ਵਾਲਾ ਨਹੀਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।